ਜਿਹੜੇ ਅੱਗੇ ਦਿਨ ਆਉਣੇ ਨੇ ਨਾ ਜੂਨ 84 ਦੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਅਸੀਂ ਘੱਲੂਘਾਰੇ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ। ਕਿਉਂ ਹੋਇਆ? ਇਹਦੇ ਕਾਰਨ ਕੀ ਸੀ? ਅੱਜ ਤੱਕ ਉਹੀ ਸਾਜ਼ਿਸ਼ਾਂ ਦੁਆਰਾ ਸਮੇਂ ਦੀ ਹਕੂਮਤ ਵੱਲੋਂ ਰਚੀਆਂ ਜਾ ਰਹੀਆਂ ਨੇ। ਕੁਛ ਸਮਾਂ ਖਾਲਸੇ ਦਾ ਰਾਜ ਆਇਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਜਿੱਥੇ ਹਰ ਇੱਕ ਨੂੰ ਨਿਆਂ ਮਿਲਦਾ ਸੀ, ਜਿੱਥੇ ਹਰ ਇੱਕ ਨੂੰ ਸੱਚ ਦੀ ਆਵਾਜ਼ ਦੇ ਨਾਲ ਹਿੰਮਤ ਮਿਲਦੀ ਸੀ ਬੋਲਣ ਦੀ, ਇਨਸਾਫ ਮਿਲਦਾ ਸੀ। ਉਹ ਸਮਾਂ ਗਿਆ, ਅੰਗਰੇਜ਼ਾਂ ਦਾ ਰਾਜ ਆਇਆ। ਫਿਰ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਅਸੀਂ ਆਪਣੇ ਗੁਰੂ ਧਾਮਾਂ ਨੂੰ ਆਜ਼ਾਦ ਕਰਵਾਉਣ ਦੀ ਖਾਤਰ 1920 ਨੂੰ ਜਿਹੜੀਆਂ ਸਾਡੇ ਮਹਾਨ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, 1921 ਦੇ ਵਿੱਚ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਦੀ ਖਾਤਰ ਸ਼ਹੀਦੀਆਂ ਦਿੱਤੀਆਂ। ਉਹਨਾਂ ਸ਼ਹਾਦਤਾਂ ਦੇ ਵਿੱਚੋਂ ਬਲਦੀ ਹੋਈ ਚਿਖਾ ਦੇ ਵਿੱਚੋਂ ਇੱਕ ਜਥੇਬੰਦੀ ਤਿਆਰ ਹੁੰਦੀ ਹੈ, ਜਿਹਨੂੰ ਸ਼੍ਰੋਮਣੀ ਕਮੇਟੀ ਦਾ ਨਾਮ ਦਿੱਤਾ ਗਿਆ। ਇਹ ਕਹਿ ਲਓ ਕਿ ਅੱਜ ਜਿਹੜੀ ਸ਼੍ਰੋਮਣੀ ਕਮੇਟੀ ਤੋਂ ਸਿੱਖ ਇਨਸਾਫ ਲੈਣ ਲਈ ਭੱਜਿਆ ਪਿਆ ਨਾ 100 ਸਾਲ ਬਾਅਦ, ਇਹ ਸ਼੍ਰੋਮਣੀ ਕਮੇਟੀ ਮਹਾਨ ਸ਼ਹੀਦਾਂ ਦੇ ਖੂਨ ਵਿੱਚੋਂ ਨਿਕਲੀ ਸੀ। ਸ਼੍ਰੋਮਣੀ ਕਮੇਟੀ ਦੇ ਮਤੇ ਨਨਕਾਣਾ ਸਾਹਿਬ ਦੀ ਬਲਦੀ ਹੋਈ ਚਿਖਾ ਦੇ ਵਿੱਚੋਂ ਪਾਏ ਗਏ ਸਨ। ਇੱਕ ਪਾਸੇ ਚਿਖਾ ਬਲ ਰਹੀ ਸੀ ਤੇ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਮਤੇ ਪਾਏ ਜਾ ਰਹੇ ਸੀ। ਪਰ ਕੀ ਹੋਇਆ? ਕੁਛ ਟਾਈਮ ਸ਼੍ਰੋਮਣੀ ਕਮੇਟੀ ਦੇ ਜਿਹੜੇ ਆਗੂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸੀ, ਬਹੁਤ ਸੋਹਣਾ ਪ੍ਰਬੰਧ ਲੈ ਕੇ ਆਂਦਾ, ਪਰ ਜਿਵੇਂ ਜਿਵੇਂ ਖਾਣ ਵਾਲੇ ਆਉਂਦੇ ਗਏ ਨਾ, ਦੇਖੋ ਘਰ ਚੰਗਾ ਹੋਵੇ ਤੇ ਉਹਨੂੰ ਲੁੱਟਣ ਵਾਲੇ ਆ ਜਾਂਦੇ ਨੇ। ਪਰਿਵਾਰ ਚੰਗਾ ਹੋਵੇ, ਇਮਾਨਦਾਰੀ ਵਾਲਾ ਹੋਵੇ, ਤਗੜਾ ਹੋਵੇ ਨਾ, ਉਹਨੂੰ ਘੇਰਾ ਪਾਉਣ ਵਾਲੇ ਆ ਜਾਂਦੇ ਨੇ, ਉਹਨੂੰ ਲੁੱਟਣ ਵਾਲੇ ਆ ਜਾਂਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਤੋਂ ਲੁੱਟ ਲਈਏ। ਫਿਰ ਥੋੜ੍ਹੀ ਜਿਹੀ ਆਸ ਸੀ ਕਿ ਸਿੱਖ ਕੌਮ ਅੱਗੇ ਜਾਏਗੀ। ਸ਼੍ਰੋਮਣੀ ਕਮੇਟੀ, ਇੱਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਗਠਨ ਹੁੰਦਾ। 47 ਵਿੱਚ ਦੇਸ਼ ਆਜ਼ਾਦ ਹੁੰਦਾ। ਜਿਹੜੇ ਕਹਿੰਦੇ ਆਜ਼ਾਦ ਹੋਇਆ, ਪਰ ਸਿੱਖ ਨਹੀਂ ਆਜ਼ਾਦ ਹੋਇਆ। ਦੇਸ਼ ਆਜ਼ਾਦ ਹੋਇਆ, ਸਿੱਖ ਆਜ਼ਾਦ ਨਹੀਂ ਹੋਇਆ। ਉੱਥੇ ਵੀ ਕਮੀਆਂ ਸਾਡੇ ਆਗੂਆਂ ਦੀਆਂ ਹੀ ਰਹੀਆਂ ਨੇ, ਇਹ ਸਾਨੂੰ ਮੰਨਣਾ ਪਏਗਾ। ਮਿਸਟਰ ਜਨਾਬ ਪਾਕਿਸਤਾਨ ਦਾ ਅਹੁਦੇਦਾਰ ਸੀ, ਜਿਹੜਾ ਆਪਣੇ ਮੁਸਲਮਾਨ ਭਾਈਚਾਰੇ ਲਈ ਇੱਕ ਵੱਖਰਾ ਖਿੱਤਾ, ਇੱਕ ਵੱਖਰਾ ਦੇਸ਼ ਲੈਣ ਦੀ ਗੱਲ ਕਰਦਾ ਸੀ। ਪੰਡਤ ਜਵਾਹਰ ਲਾਲ ਨਹਿਰੂ ਸੀ, ਦੂਸਰੇ ਪਾਸੇ ਬਲਦੇਵ ਸਿੰਘ ਸੀ। ਜਿਸ ਟਾਈਮ ਬਲਦੇਵ ਸਿੰਘ ਇੰਗਲੈਂਡ ਵਿੱਚ ਗਿਆ, ਨਾਲ ਪੰਡਤ ਜਵਾਹਰ ਲਾਲ ਨਹਿਰੂ ਤੇ ਅੰਗਰੇਜ਼ ਅਫਸਰ ਨੇ ਬਲਦੇਵ ਸਿੰਘ ਨੂੰ ਇੱਕ ਗੱਲ ਆਖੀ, ਕਹਿੰਦਾ ਤੁਹਾਨੂੰ ਇੱਕ ਵੱਖਰਾ ਖਿੱਤਾ, ਇੱਕ ਵੱਖਰੀ ਸਟੇਟ, ਇੱਕ ਵੱਖਰਾ ਦੇਸ਼ ਦੇਵਾਂਗੇ, ਥੋੜ੍ਹਾ ਸਬਰ ਰੱਖੋ, ਥੋੜ੍ਹਾ ਸਬਰ ਰੱਖੋ, ਤੁਹਾਨੂੰ ਇੱਕ ਵੱਖਰਾ ਖਿੱਤਾ ਦੇਵਾਂਗੇ, ਕਾਹਲੀ ਨਾ ਕਰੋ ਕਿ ਤੁਹਾਡਾ ਜਿਹੜਾ ਸਿੱਖ ਭਾਈਚਾਰਾ ਵੀ ਬੜੇ ਸ਼ਾਂਤ ਤਰੀਕੇ ਨਾਲ ਆਪਣੇ ਖਿੱਤੇ, ਆਪਣੇ ਦੇਸ਼ ਦੇ ਵਿੱਚ ਰਹਿ ਸਕੇ। ਬਲਦੇਵ ਸਿੰਘ ਦੀਆਂ ਫੈਕਟਰੀਆਂ ਨਹਿਰੂ ਵੱਲੋਂ ਅਸਾਮ ਵੱਲ ਲਵਾਈਆਂ ਹੋਈਆਂ ਸਨ। ਇਹਨੇ ਆ ਕੇ ਸਾਰੀ ਗੱਲ ਉਵੇਂ ਜਿਵੇਂ ਨਹਿਰੂ ਨੂੰ ਦੱਸਤੀ। ਜੋ ਨਹਿਰੂ ਨੂੰ ਪਤਾ ਲੱਗਿਆ, ਕਹਿੰਦਾ ਇਹ ਤਾਂ ਵੱਖਰੇ ਖਿੱਤੇ ਦੀ ਗੱਲ ਹੋਈ। ਉਹ ਇੰਗਲੈਂਡ ਤੋਂ ਬਲਦੇਵ ਸਿੰਘ ਨੂੰ ਜਹਾਜ਼ 'ਚ ਬਿਠਾਇਆ, ਨਾਲ ਲੈ ਆਇਆ, ਕਹਿੰਦਾ ਕਹਿ ਦੇ ਉਹਨੂੰ ਅਸੀਂ ਆਪਣੇ ਆਪ ਵੰਡ ਲਾਂਗੇ, ਤੁਸੀਂ ਸਾਨੂੰ ਇੱਕ ਹਿੰਦੁਸਤਾਨ ਦੇ ਦੇਵੋ। ਫਿਰ ਜਿਹੜੀਆਂ ਚਾਲਾਂ ਇਹਨਾਂ ਵੱਲੋਂ ਚੱਲੀਆਂ ਗਈਆਂ, ਗਾਂਧੀ ਨੇ 1930 ਦੇ ਵਿੱਚ ਦਿੱਲੀ ਗੁਰਦੁਆਰਾ ਸੀਸ ਗੰਜ ਵਿੱਚ ਜਿਹੜੇ ਵਾਅਦੇ ਸਿੱਖਾਂ ਨਾਲ ਕੀਤੇ ਸੀ, ਜਦੋਂ ਦੇਸ਼ ਆਜ਼ਾਦ ਹੋਇਆ 47 ਦੇ ਵਿੱਚ ਗਾਂਧੀ ਮੁੱਕਰ ਗਿਆ। ਪੰਡਤ ਜਵਾਹਰ ਲਾਲ ਨਹਿਰੂ ਨੇ ਲਾਹੌਰ ਸੈਸ਼ਨ ਦੇ ਵਿੱਚ 1929 ਵਿੱਚ ਜਿਹੜੇ ਵਾਅਦੇ ਸਿੱਖਾਂ ਨਾਲ ਕੀਤੇ ਸੀ, ਉਹ ਵਾਅਦੇ ਪੰਡਤ ਜਵਾਹਰ ਲਾਲ ਨਹਿਰੂ ਦੇਸ਼ ਵੱਖਰਾ ਲੈਣ ਤੋਂ ਬਾਅਦ ਮੁੱਕਰ ਗਿਆ। 47 'ਚ ਵੰਡ ਹੋਈ, 2 ਟੁਕੜੇ ਹੋ ਗਏ, ਸਿੱਖ ਭਾਰਤ ਦੇ ਹਿੱਸੇ ਵਿੱਚ ਆ ਗਏ। 47 ਦੇ ਵਿੱਚ ਹੀ ਹਿੰਦੁਸਤਾਨ ਦੇ ਇੱਕ ਲੀਡਰ ਵੱਲੋਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਦਿੱਤਾ ਗਿਆ ਸੀ। ਦੇਖੋ ਜੀ, 85% ਕੁਰਬਾਨੀਆਂ ਸਿੱਖਾਂ ਦੀਆਂ ਨੇ ਦੇਸ਼ ਆਜ਼ਾਦ ਕਰਵਾਉਣ ਦੀ ਖਾਤਰ, ਚਾਹੇ ਉਹ ਫਾਂਸੀਆਂ ਤੇ ਚੜ੍ਹੇ, ਚਾਹੇ ਗੋਲੀਆਂ ਖਾਧੀਆਂ, ਕਿਸੇ ਪਾਸੇ ਵੀ 85% ਕੁਰਬਾਨੀਆਂ ਸਿੱਖਾਂ ਦੀਆਂ ਨੇ। 10% 15% ਕੁਰਬਾਨੀਆਂ ਉਹਨਾਂ ਦੀਆਂ ਨੇ, ਆਸੇ ਪਾਸੇ ਵਾਲੇ ਸਾਰੇ ਮਿਲਾ ਕੇ ਬਣਦੀਆਂ ਨੇ। 47 'ਚ ਦੇਸ਼ ਆਜ਼ਾਦ ਹੁੰਦਾ ਹੈ। ਉਸ ਤੋਂ ਪਹਿਲਾਂ 1929 'ਚ ਪੰਡਤ ਜਵਾਹਰ ਲਾਲ ਨਹਿਰੂ ਲਾਹੌਰ ਸੈਸ਼ਨ 'ਚ ਵਾਅਦੇ ਕਰਦਾ ਹੈ। ਗਾਂਧੀ, ਜਿਹਨੂੰ ਲੋਕ ਮਹਾਤਮਾ ਕਹਿੰਦੇ, ਉਹ ਲਾਇਕ ਨਹੀਂ ਗਾਂਧੀ ਕਹਾਉਣ ਦੇ,
ਉਹ ਗਾਂਧੀ ਨੇ ਗੁਰਦੁਆਰਾ ਸੀਸਗੰਜ ਦਿੱਲੀ ਵਿਖੇ ਵੱਡੇ ਵੱਡੇ ਵਾਅਦੇ ਸਿੱਖਾਂ ਨਾਲ ਕੀਤੇ। ਕਹਿੰਦੇ ਜਿਹੜਾ ਵੀ ਦੇਸ਼ ਦਾ ਮਤਾ ਪਿਆ ਕਰੂਗਾ ਉਹਦੇ ਵਿੱਚ ਸਿੱਖਾਂ ਦੇ ਬਕਾਇਦਾ ਸਾਈਨ ਹੋਣਗੇ, ਸਿੱਖਾਂ ਨਾਲ ਗੱਲਬਾਤ ਕਰਕੇ ਫਿਰ ਅਸੀਂ ਅੱਗੇ ਤੁਰਿਆ ਕਰਾਂਗੇ, ਸਹਿਮਤੀ ਨਾਲ ਅੱਗੇ ਤੁਰਿਆ ਕਰਾਂਗੇ। ਜਿਸ ਦਿਨ ਦੇਸ਼ ਆਜ਼ਾਦ ਹੁੰਦਾ ਸਭ ਕੁਝ ਹੀ ਭੁੱਲ ਗਏ। ਨਾਲ ਦੀ ਨਾਲ ਥੋੜ੍ਹੇ ਦਿਨਾਂ ਬਾਅਦ ਬਿਆਨ ਆ ਜਾਂਦਾ ਹੈ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਹੁਣ ਇੱਥੇ ਕੀ ਹੁੰਦਾ ਹੈ? ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਦਿੱਤਾ ਗਿਆ ਅੰਦਰ ਖਾਤੇ, ਤੇ ਭਾਰਤ ਦੇ ਸਾਰੇ ਡੀਸੀਆਂ ਨੂੰ ਹੁਕਮ ਜਾਰੀ ਕਰ ਦਿੱਤਾ। ਕੀ ਹੁਕਮ ਹੈ? ਕਹਿੰਦੇ ਸਿੱਖਾਂ ਦਾ ਵੱਖਰੇ ਤੌਰ 'ਤੇ ਧਿਆਨ ਰੱਖਿਆ ਜਾਵੇ, ਇਹਨਾਂ ਨੂੰ ਬਹੁਤੀ ਖੁੱਲ੍ਹ ਨਾ ਦਿੱਤੀ ਜਾਵੇ ਤੇ ਸਖਤ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ। ਉਸ ਸਮੇਂ ਸਿੱਖ ਸਰਦਾਰ ਕਪੂਰ ਸਿੰਘ ਜੀ ਕਰਨਾਲ ਦੇ ਡੀਸੀ ਸਨ, ਤੇ ਸਰਦਾਰ ਕਪੂਰ ਸਿੰਘ ਨੂੰ ਇਹ ਗੱਲ ਹਜਮ ਨਹੀਂ ਆਈ। ਸਰਦਾਰ ਕਪੂਰ ਸਿੰਘ ਜੀ ਨੇ ਇਸ ਗੱਲ ਨੂੰ ਸਾਰੀ ਪਬਲਿਕ ਦੇ ਵਿੱਚ ਪਬਲਿਕ ਕਰ ਦਿੱਤਾ, ਦੱਸ ਦਿੱਤਾ, ਵਿਰੋਧ ਕੀਤਾ ਇਸ ਗੱਲ ਦਾ ਕਿ ਸਿੱਖਾਂ ਨੇ 85% ਕੁਰਬਾਨੀਆਂ ਦੇਸ਼ ਆਜ਼ਾਦ ਕਰਵਾਉਣ ਦੀ ਖਾਤਰ ਕੀਤੀਆਂ ਨੇ, ਪਰ ਤੁਸੀਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦੱਸ ਰਹੇ ਹੋ। ਡੀਸੀਆਂ ਨੂੰ ਪਾਬੰਦੀਆਂ ਸਿੱਖਾਂ 'ਤੇ ਬੜਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ, ਤੇ ਇਹ ਗੱਲ ਸਰਦਾਰ ਕਪੂਰ ਸਿੰਘ ਨੇ ਜੱਗ ਜ਼ਾਹਰ ਕਰ ਦਿੱਤੀ, ਜਿਹਦੇ ਬਦਲੇ ਇੱਕ IAS ਆਫੀਸਰ ਉਸ ਸਮੇਂ ਦੇ ਸਰਦਾਰ ਕਪੂਰ ਸਿੰਘ ਨੂੰ ਜਲੀਲ ਕਰਕੇ DC ਦੇ ਅਹੁਦੇ ਤੋਂ ਬਰਦਾਸ਼ਤ ਕੀਤਾ ਗਿਆ। ਸਮਾਂ ਲੰਘਿਆ, ਇੱਕ ਖਿੱਤਾ ਪੰਜਾਬ ਕੋਲੇ ਵੱਖਰਾ ਨਹੀਂ ਹੈ, ਕੰਟਰੀ ਆਫ ਦ ਸਟੇਟ ਵੱਖਰੀ ਨਹੀਂ ਹੈ, ਹੱਕ ਹੀ ਨਹੀਂ ਹੈ ਨਹੀਂ। 1965 ਤੱਕ ਮੋਰਚੇ ਲੱਗਦੇ ਰਹੇ, ਜਿਹਨੂੰ ਪੰਜਾਬੀ ਸੂਬਾ ਮੋਰਚਾ ਕਿਹਾ ਜਾਂਦਾ ਹੈ। ਪੁਰਾਣੇ ਬਜ਼ੁਰਗ ਹੈ, ਕੁਛ ਉਹਨਾਂ ਦੇ ਧਿਆਨ 'ਚ ਜ਼ਰੂਰ ਗੱਲਾਂ ਹੋਣਗੀਆਂ, ਨਹੀਂ ਤਾਂ ਅੱਜ ਦੀ ਜਵਾਨੀ ਇਹਨਾਂ ਮੋਰਚਿਆਂ ਨੂੰ ਭੁੱਲ ਚੁੱਕੀ ਹੈ। ਮਾफ़ ਕਰਿਓ ਜੀ, ਸਾਡਾ ਦੁਖਾਂਤ ਹੈ ਇਹ। ਸਾਨੂੰ ਪਤਾ ਹੀ ਨਹੀਂ ਸਾਡੇ ਬਜ਼ੁਰਗਾਂ ਨੇ ਕੀ ਕੁਰਬਾਨੀਆਂ ਕੀਤੀਆਂ। ਅੱਜ ਜਿਹੜੇ ਪੰਜਾਬ 'ਚ ਅੱਜ ਅਸੀਂ ਬੈਠੇ ਨਾ, ਮੈਂ ਇੱਥੋਂ ਤੱਕ ਵੀ ਕਹਿਣਾ ਹੁੰਨਾ, ਇੰਨਾ ਕੁ ਪੰਜਾਬ ਰਹਿ ਗਿਆ ਜਿਹਦੀਆਂ ਸਰਹੱਦਾਂ ਕਦੇ ਚੀਨ ਤੱਕ ਲੱਗਦੀਆਂ ਹੁੰਦੀਆਂ ਸਨ। ਹਿਮਾਚਲ, ਹਰਿਆਣਾ, ਲਾਹੌਰ, ਪਾਕਿਸਤਾਨ ਸਭ ਕੁਝ ਪੰਜਾਬ ਦੇ ਹਿੱਸੇ ਸੀ। ਅੱਜ ਪਠਾਨਕੋਟੋਂ ਚੱਲਦਾ, ਬਠਿੰਡੇ ਖਤਮ ਹੋ ਜਾਂਦਾ, ਤੇ ਫਿਰੋਜ਼ਪੁਰੋਂ ਚੱਲਦਾ ਮੋਹਾਲੀ ਜਾ ਕੇ ਖਤਮ ਹੋ ਜਾਂਦਾ। ਐਡਾ ਕੁ ਰਹਿ ਗਿਆ। ਕਦੇ ਸਿੱਖੋ ਅੰਦਰ ਝਾਤੀ ਮਾਰ ਕੇ ਜ਼ਰੂਰ ਦੇਖਿਓ, ਅੰਦਰ ਦਰਦ ਉੱਠੇਗਾ ਇੱਕ, ਕਿ ਜਿੱਥੇ ਸਿੱਖਾਂ ਨੇ ਰਾਜ ਕੀਤਾ ਹੋਵੇ, ਖਾਲਸੇ ਦੇ ਝੰਡੇ ਚੀਨ ਤੱਕ ਝੁੱਲੇ ਹੋਣ, ਅੱਜ ਅਸੀਂ ਕਿੰਨੇ ਕੁ ਰਹਿ ਗਏ ਹਾਂ। ਕਾਰਨ ਕੀ ਹੈ? ਕਿ ਦੁਸ਼ਮਣ ਹਰ ਟਾਈਮ ਚਾਲ ਚੱਲਦਾ ਗਿਆ, ਅਸੀਂ ਉਹਦੀਆਂ ਚਾਲਾਂ 'ਚ ਫਸਦੇ ਰਹੇ। ਹੁਣ ਸਾਡੇ ਕੋਲੇ ਸਾਡਾ ਖਿੱਤਾ ਵੀ ਨਹੀਂ ਸੀ, ਸਾਡੀ ਸਟੇਟ ਹੀ ਨਹੀਂ ਸੀ, ਹੱਕ ਹੀ ਨਹੀਂ ਸੀ। ਉਹ ਚਾਹੁੰਦੇ ਨਹੀਂ ਸੀ ਕਿ ਸਿੱਖਾਂ ਕੋਲੇ ਇੱਕ ਵੱਖਰੀ ਸਟੇਟ ਹੋਵੇ, ਜਿਸ ਸਟੇਟ ਦੇ ਵਿੱਚ ਸਿੱਖਾਂ ਦਾ ਆਪਣਾ ਰਾਜ ਹੋਵੇ, ਉਹ ਕਦੇ ਵੀ ਨਹੀਂ ਚਾਹੁੰਦੇ ਸੀ। ਨਹਿਰੂ ਵਰਗੇ ਆ ਜਿਹੜਾ 84 ਵਾਲਾ ਘੱਲੂਘਾਰਾ ਕਿਉਂ ਵਾਪਰਿਆ, ਉਹਦੇ ਕਾਰਨ ਨੇ। ਜੇ ਆਹ ਕੁਝ ਨਾ ਹੁੰਦਾ ਫਿਰ 1984 ਤੱਕ ਕੰਮ ਪਹੁੰਚਣਾ ਹੀ ਨਹੀਂ ਸੀ। 1984 ਨੂੰ ਅਸੀਂ ਕਹਿੰਦੇ ਆ ਨਾ, ਸਿੱਖ ਦੇ ਜੂਨ ਦੇ ਮਹੀਨੇ ਵਿੱਚ ਆ ਕੇ ਥਰ ਥਰ ਕੰਬ ਉੱਠਦਾ ਸਿੱਖ ਉਸ ਸੀਨ ਨੂੰ ਵੇਖ ਕੇ, ਅੰਦਰੋਂ ਕੰਬ ਜਾਂਦੀ ਹੈ ਰੂਹ ਉਸ ਸੀਨ ਨੂੰ ਵੇਖ ਕੇ। ਉਹ 47 ਤੋਂ ਸ਼ੁਰੂ ਹੋਇਆ ਪਿਆ, ਯਾਦ ਰੱਖਿਓ। ਵੱਖਰੀ ਸਟੇਟ ਨਹੀਂ, ਪੰਜਾਬੀ ਸੂਬਾ ਮੋਰਚਾ ਜਿੰਦਾਬਾਦ ਕਹਿਣ ਤੇ ਨਾਅਰੇ ਲਾਉਣ ਤੇ ਵੀ ਸਜ਼ਾ ਹੋ ਜਾਂਦੀ ਸੀ। ਬੈਨ ਸੀ ਪੰਜਾਬੀ ਸੂਬੇ ਮੋਰਚੇ ਦਾ ਨਾਅਰਾ। ਪੰਜਾਬੀ ਸੂਬਾ ਜਿੰਦਾਬਾਦ ਜਿਹੜਾ ਬੰਦਾ ਕਹਿ ਦਿੰਦਾ ਸੀ, ਉਹਨੂੰ ਫੜ ਲਿਆ ਜਾਂਦਾ ਸੀ ਤੇ ਸਜ਼ਾ ਦਿੱਤੀ ਜਾਂਦੀ ਸੀ। ਫਿਰ ਉਹਨਾਂ ਸਮਿਆਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ। ਪੰਜਾਬੀ ਸੂਬਾ ਮੋਰਚਾ ਲੱਗਦਾ ਰਿਹਾ। 1965-66 ਦੇ ਵਿੱਚ ਪੰਜਾਬੀ ਸੂਬਾ ਸਾਨੂੰ ਤਾਂ ਮਿਲਿਆ ਕਿ 65 ਦੇ ਵਿੱਚ ਪਾਕਿਸਤਾਨ ਦੇ ਨਾਲ ਜੰਗ ਹੁੰਦੀ ਹੈ, ਤੇ ਉਹ ਜੰਗ ਭਾਰਤ ਹਾਰ ਰਿਹਾ ਸੀ। ਉਸ ਟਾਈਮ ਤੇ ਸਿੱਖਾਂ ਨੇ ਅੱਗੇ ਹੋ ਕੇ ਜਿਹੜੇ ਟੈਂਕ ਪਾਕਿਸਤਾਨ ਨੂੰ ਅਮਰੀਕਾ ਨੇ ਦਿੱਤੇ ਸਨ, ਉਹਨਾਂ ਟੈਂਕਾਂ 'ਤੇ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਛਾਲਾਂ ਮਾਰੀਆਂ ਸੀ, ਆਪਣੇ ਚੀਥੜੇ ਉਡਾ ਕੇ ਭਾਰਤ ਬਚਾਇਆ ਸੀ। ਉਹਨਾਂ ਦੀ ਖਾਤਰ ਉਹ ਸਭ ਕਾਸੇ ਨੂੰ ਦੇਖ ਕੇ 66 ਦੇ ਵਿੱਚ ਪੰਜਾਬੀ ਸੂਬਾ ਦਿੱਤਾ ਗਿਆ, ਜਿਹਦੇ ਵਿੱਚ ਪਾਕਿਸਤਾਨ ਨੂੰ ਹਰਾਉਣ ਲਈ ਸਾਡੇ ਵੱਡੇ ਵੱਡੇ ਯੋਧਿਆਂ ਨੇ ਟੈਂਕਾਂ 'ਤੇ ਛਾਲਾਂ ਮਾਰ ਕੇ ਟੈਂਕ ਭੰਨੇ ਸਨ। ਐਡੀਆਂ ਕੁਰਬਾਨੀਆਂ 'ਚੋਂ ਆ ਜਿਹੜੇ ਪੰਜਾਬ 'ਚ ਬੈਠੇ ਆ ਨਾ, ਐਡੀਆਂ ਕੁਰਬਾਨੀਆਂ 'ਚੋਂ ਇਹ ਪੰਜਾਬ ਨਿਕਲਿਆ ਹੋਇਆ। ਐਵੇਂ ਨਹੀਂ ਪੰਜਾਬ ਮਿਲਿਆ ਸਾਨੂੰ।
66 ਲੰਘਿਆ, 66 ਲੰਘਿਆ, ਕੁਛ ਕੁ ਸਮਾਂ ਚੱਲਦਾ ਗਿਆ। 75 ਦੇ ਵਿੱਚ 75 ਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ, ਐਮਰਜੈਂਸੀ ਲਾ ਦਿੱਤੀ, ਕਿਉਂਕਿ ਸਿੱਖ ਆਪਣੀਆਂ ਮੰਗਾਂ ਫਿਰ ਮੰਗਦੇ ਸਨ। ਐਮਰਜੈਂਸੀ ਲਾਈ ਗਈ। ਐਮਰਜੈਂਸੀ ਦੇ ਵਿੱਚ ਬੜਾ ਸਖਤ ਕੰਮ ਕਰ ਦਿੱਤਾ ਗਿਆ, ਕੁਛ ਕੁ ਟਾਈਮ ਦਿੱਤਾ ਜਾਂਦਾ ਸੀ, ਬੜੇ ਹਾਲਾਤ ਮਾੜੇ ਸਨ। ਫਿਰ ਉਹਨਾਂ ਸਮਿਆਂ 'ਚ ਕੀ ਹੋਇਆ, ਸਭ ਤੋਂ ਵੱਧ ਵਿਰੋਧ ਐਮਰਜੈਂਸੀ ਦਾ ਸਿੱਖਾਂ ਨੇ ਕੀਤਾ। ਬਾਬਾ ਕਰਤਾਰ ਸਿੰਘ ਭਿੰਡਰਾਂਵਾਲੇ ਉਹਨਾਂ ਐਮਰਜੈਂਸੀ ਦੇ ਸਮਿਆਂ ਦੇ ਵਿੱਚ ਵੱਡੇ ਵੱਡੇ ਮੋਰਚੇ ਲਾਉਂਦੇ ਰਹੇ ਸੀ। ਇਤਿਹਾਸ ਨੂੰ ਪੜ੍ਹ ਕੇ ਦੇਖਾਂਗੇ ਤਾਂ ਵੱਡੇ ਵੱਡੇ ਮੋਰਚੇ ਲੱਗਦੇ ਰਹੇ ਐਮਰਜੈਂਸੀ ਦੇ ਵਿੱਚ। ਸਭ ਤੋਂ ਵੱਧ ਵਿਰੋਧ ਸਿੱਖਾਂ ਨੇ ਐਮਰਜੈਂਸੀ ਦਾ ਕੀਤਾ ਸੀ। ਜਿਹੜੀ ਗੱਲ ਤੋਂ ਇੰਦਰਾ ਗਾਂਧੀ ਬਹੁਤ ਜ਼ਿਆਦਾ ਔਖੀ ਸੀ, ਉਹਦੇ ਅੰਦਰ ਇਹ ਤੜਪ ਰਹੀ ਸੀ ਅੱਗ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਤੋਂ ਬਦਲਾ ਲਵਾਂ। ਇਹ ਸਮਾਂ ਲੰਘਿਆ। ਸਰਦਾਰ ਕਪੂਰ ਸਿੰਘ ਨੇ ਪੰਜਾਬ ਦੀਆਂ ਮੁੱਖ ਮੰਗਾਂ ਲਈ ਇੱਕ ਮਤਾ ਲਿਖਿਆ, ਜਿਸ ਮਤੇ ਨੂੰ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪਾਸ ਕੀਤਾ ਗਿਆ, ਜਿਹਦਾ ਨਾਂ ਹੈ ਆਨੰਦਪੁਰ ਸਾਹਿਬ ਦਾ ਮਤਾ। ਉਹ ਮਤੇ ਨੂੰ ਪੜ੍ਹ ਕੇ ਦੇਖਿਓ। ਆ ਪਿਛਲੇ ਸਾਲ ਜਿਹੜੇ ਅਸੀਂ ਦਿੱਲੀ ਤੋਂ ਜਿੱਤ ਕੇ ਆਏ ਨਾ, ਮੋਦੀ ਨੂੰ ਰੌਲਾ ਪਾਉਂਦੇ ਕਿ ਅਸੀਂ ਮੋਦੀ ਜਿੱਤ ਕੇ ਆਏ ਹਾਂ, ਜਦੋਂ ਉਹ ਮੰਗਾਂ ਆਨੰਦਪੁਰ ਸਾਹਿਬ ਦੇ ਮਤੇ ਦੀਆਂ 18 ਮੰਗਾਂ ਪੜ੍ਹੋਗੇ ਨਾ, ਜਿਹੜੀਆਂ ਮੰਗਾਂ ਦੀ ਖਾਤਰ ਦਿੱਲੀ ਦੇ ਬੂਹੇ 'ਤੇ ਬੈਠੇ ਸੀ ਨਾ, ਉਹੀ ਮੰਗਾਂ ਸਨ ਸਾਰੀਆਂ। ਸਿੱਖਾਂ ਨੂੰ ਇੱਕ ਵੱਖਰੀ ਸਟੇਟ ਦਾ ਮੰਗ ਸੀ। ਪਾਣੀਆਂ ਦੇ ਮੁੱਦੇ ਸੀ, ਜਿਹੜੇ ਪਾਣੀਆਂ ਪਿੱਛੇ ਅੱਜ ਵੀ ਰੌਲੇ ਪੈਂਦੇ ਪਏ ਨੇ। ਆ ਜਿਹੜੇ ਛੋਟੇ ਦੁਕਾਨਦਾਰ ਨੇ, ਉਹਨਾਂ ਦੇ ਹੱਕਾਂ ਦੀ ਗੱਲ ਸੀ। ਛੋਟੇ ਦੁਕਾਨਦਾਰਾਂ ਦਾ ਟੈਕਸ ਮਾਫ ਹੋਵੇ, ਜਿਹੜੇ ਪਿੰਡਾਂ ਦੇ ਵਿੱਚ ਦੁਕਾਨਾਂ ਖੋਲ੍ਹ ਕੇ ਕੰਮ ਕਰ ਰਹੇ ਨੇ। ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸੀ ਟਰਾਂਸਮੀਟਰ ਅੱਜ ਚੱਲਦਾ ਨਾ ਦਰਬਾਰ ਸਾਹਿਬ ਦਾ, ਰੇਡੀਓ ਰਾਹੀਂ 24 ਘੰਟੇ ਕੀਰਤਨ ਚੱਲਦਾ। ਉਸ ਟਾਈਮ 'ਤੇ ਕੀ ਸੀਗਾ, ਹਿੰਦੂਆਂ ਦੇ ਕੁਝ ਧਾਰਮਿਕ ਸਥਾਨ ਇੱਦਾਂ ਦੇ ਸਨ ਜਿੱਥੋਂ 24 ਘੰਟੇ ਲਾਈਵ ਰੇਡੀਓ ਰਾਹੀਂ ਚੱਲਦਾ ਸੀ, ਪਰ ਦਰਬਾਰ ਸਾਹਿਬ ਤੋਂ ਨਹੀਂ ਚੱਲਦਾ ਸੀ। ਉਹਦੇ ਵਿੱਚ ਇੱਕ ਮੰਗ ਇਹ ਵੀ ਸੀ ਕਿ ਇੱਕ ਐਸਾ ਟਰਾਂਸਮੀਟਰ ਦਰਬਾਰ ਸਾਹਿਬ ਲਾਇਆ ਜਾਵੇ ਜਿੱਥੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਖ ਦਰਬਾਰ ਸਾਹਿਬ ਅੰਦਰ ਗੁਰਬਾਣੀ ਪੜ੍ਹਦੇ ਆ, ਗੁਰਬਾਣੀ ਦਾ ਕੀਰਤਨ, ਉਹ ਗੁਰਬਾਣੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚੇ। ਤੇ ਜ਼ੋਰ ਲੱਗ ਗਿਆ ਸੀ, ਇਹ ਕੰਮ ਨਹੀਂ ਸੀ ਹੋਇਆ। ਤੇ 1984 'ਚ ਜੂਨ ਦੇ ਮਹੀਨੇ 'ਚ ਹਮਲਾ ਹੋਇਆ ਸੀ, ਤੇ ਕੁਛ ਦਿਨਾਂ ਬਾਅਦ ਟਰਾਂਸਮੀਟਰ ਲੱਗ ਗਿਆ ਸੀ। ਉਹ ਤਾਂ ਕਿ ਲੋਕਾਂ ਨੂੰ ਦਿਖਾਉਣਾ ਸੀ ਕਿ ਦਰਬਾਰ ਸਾਹਿਬ ਕੁਛ ਨਹੀਂ ਹੋਇਆ, ਸ਼ਾਂਤੀ ਹੈ, ਠੀਕ ਠਾਕ ਚੱਲ ਰਿਹਾ। ਫਿਰ ਕੁਝ ਸ਼ਹਿਰ ਇੱਦਾਂ ਦੇ ਆ, ਹਰਿਦੁਆਰ ਹੋ ਗਿਆ, ਕਈ ਸ਼ਹਿਰ ਇੱਦਾਂ ਦੇ ਆ ਜਿਨ੍ਹਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ। ਤੇ ਉਹਦੀ ਮੰਗ ਆਨੰਦਪੁਰ ਸਾਹਿਬ ਦੇ ਮਤੇ 'ਚ ਇਹ ਸੀ ਕਿ ਆਨੰਦਪੁਰ ਸਾਹਿਬ ਨੂੰ, ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਪਵਿੱਤਰ ਸ਼ਹਿਰ ਦੇ ਦਰਜੇ ਦੀ ਗੱਲ, ਸਾਡੇ ਧਾਰਮਿਕ, ਸਾਡਾ ਕੇਂਦਰੀ ਸਥਾਨ ਹੈ ਜਿੱਥੋਂ ਜਾ ਕੇ ਸਿੱਖ ਗੁਰੂ ਦੇ ਦਰਸ਼ਨ ਕਰਦਾ, ਬਾਣੀ ਪੜ੍ਹਦਾ, ਸਿੱਖ ਨੂੰ ਹਲੂਣਾ ਮਿਲਦਾ, ਸਿੱਖੀ ਦੇ ਪ੍ਰਚਾਰ ਦਾ ਹਲੂਣਾ ਮਿਲਦਾ, ਜ਼ਿੰਦਗੀ ਜਿਉਣ ਦਾ, ਜਿੱਥੇ ਜਾ ਕੇ ਸਿੱਖ ਦੇ ਜੀਵਨ ਦੇ ਵਿੱਚ ਜਾਨ ਪੈ ਜਾਂਦੀ ਹੈ। ਪਵਿੱਤਰ ਸ਼ਹਿਰ ਜਿੱਥੇ ਕੋਈ ਸ਼ਰਾਬ, ਤੰਬਾਕੂ, ਹੋਰ ਜਿਹੜੀਆਂ ਮਾੜੇ ਕੁਕਰਮ ਕਰਨ ਵਾਲੀਆਂ ਦੁਕਾਨਾਂ, ਕੋਈ ਇੱਦਾਂ ਦੀ ਥਾਂ ਨਾ ਹੋਵੇ ਜਿੱਥੇ ਕਿ ਇੱਦਾਂ ਦੇ ਕੰਮ ਕੀਤੇ ਜਾਣ। ਪਵਿੱਤਰ ਸ਼ਹਿਰ ਦਾ ਦਰਜਾ ਦਿਓ। ਇੱਦਾਂ ਦੀਆਂ 18 ਮੰਗਾਂ ਜਿਹਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦੀ ਗੱਲ ਸੀ। ਪੜ੍ਹ ਕੇ ਦੇਖੋ, ਅੱਜ ਵੀ ਤੁਸੀਂ ਪੜ੍ਹੋਗੇ ਆਨੰਦਪੁਰ ਸਾਹਿਬ ਦਾ ਮਤਾ ਤੇ ਇਹ ਗੱਲ ਸਾਬਤ ਹੋਏਗੀ, ਯਾਰ ਇਹ ਤਾਂ ਕੋਈ ਉੱਦਾਂ ਦੀ ਗੱਲ ਹੀ ਨਹੀਂ ਸੀ। ਜੇ 1984 ਵਾਪਰਿਆ, ਉਹ ਆਨੰਦਪੁਰ ਸਾਹਿਬ ਦੇ ਮਤੇ ਕਰਕੇ ਵਾਪਰਿਆ। ਤੇ ਜੇ ਉਹ ਮਤਿਆਂ ਨੂੰ ਪੜ੍ਹ ਕੇ ਦੇਖੀਏ ਤੇ ਉਹਨਾਂ ਵਿੱਚ ਤਾਂ ਸਿਰਫ ਸਾਡੇ ਹੱਕਾਂ ਦੀ ਗੱਲ ਹੈ, ਇਸ ਤੋਂ ਇਲਾਵਾ। ਤੇ ਪਰ ਅੱਜ ਵੀ ਨਹੀਂ ਸੈਂਟਰ ਸਰਕਾਰ ਚਾਹੁੰਦੀ ਕਿ ਸਾਨੂੰ ਸਾਡੇ ਹੱਕ ਮਿਲ ਜਾਣ। ਇਹ ਤਾਂ ਅੱਜ ਵੀ ਕਿੰਨਾ ਕੁਛ ਹੋ ਰਿਹਾ ਸਾਡੇ ਨਾਲ। ਦੇਖੋ, 1.5 ਸਾਲ ਧਰਨੇ ਅਸੀਂ ਲਾ ਛੱਡੇ, ਦਿੱਲੀ ਦੀਆਂ ਬਰੂਹਾਂ 'ਤੇ ਲੱਗੇ ਕਿ ਨਹੀਂ ਲੱਗੇ? ਕਿੱਦਾਂ ਰਾਤਾਂ ਕੱਟੀਆਂ ਤੰਬੂਆਂ 'ਚ ਰਹਿ ਕੇ, ਟਰਾਲੀਆਂ 'ਚ ਰਹਿ ਕੇ। ਫਿਰ ਜਾ ਕੇ ਜਿਹੜਾ ਸਾਨੂੰ ਲੁੱਟਣ ਵਾਸਤੇ ਆਏ ਸੀ ਉਹਨੂੰ ਠੱਲ ਪਈ, ਥੋੜ੍ਹਾ ਰੋਕਿਆ ਗਿਆ। 75 ਦੀ ਐਮਰਜੈਂਸੀ ਦਾ ਦੌਰ ਲੰਘਦਾ। 78 ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਜੋ ਕੁਛ ਹੋਇਆ। ਇੰਦਰਾ ਗਾਂਧੀ ਨੇ ਕੀ ਚਾਲ ਖੇਡੀ, ਇਹਨੇ ਨਿਰੰਕਾਰੀਆਂ ਨੂੰ ਸ਼ਹਿ ਦੇ ਕੇ ਦਿੱਲੀ ਤੋਂ, ਜਦੋਂ ਨਿਰੰਕਾਰੀਆਂ ਦੀ ਹਿਸਟਰੀ ਨੂੰ ਆਪਾਂ ਪੜ੍ਹਾਂਗੇ ਨਾ, ਪਿੱਛੇ ਜਾਵਾਂਗੇ, ਇਹ ਦਿੱਲੀ ਤੋਂ ਇੱਧਰ ਨੂੰ ਭੇਜੇ ਗਏ ਆ। ਨਿਰੰਕਾਰੀਆਂ ਨੂੰ ਸ਼ਹਿ ਦੇ ਕੇ ਪੰਜਾਬ ਦੀ ਧਰਤੀ 'ਤੇ ਭੇਜਿਆ ਗਿਆ। ਕਹਿੰਦੇ ਤੁਸੀਂ ਜਾ ਕੇ ਉੱਥੇ ਆਪਦਾ ਦਬਦਬਾ ਬਣਾਓ, ਕਿਉਂਕਿ ਸਿੱਖਾਂ ਦੇ ਨਾਲ ਤੁਹਾਡੀ ਘੁਸਪੈਠ ਹੋਊਗੀ, ਜਿੱਥੋਂ ਮਸਲਾ ਖੜਾ ਹੋਊਗਾ ਤੇ ਇਹ ਕੰਮ ਅੱਗੇ ਜਾ ਸਕਦਾ।
ਨਿਰੰਕਾਰੀਆਂ ਨੇ ਇੱਥੇ ਆ ਕੇ ਆਪਣਾ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ, ਮਨ ਮਰਜ਼ੀਆਂ ਕਰਨ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਵਿਸਾਖੀ ਵਾਲੇ ਦਿਨ ਗੁਰਬਚਨ ਸਿੰਘ ਨਿਰੰਕਾਰੀਏ ਨੇ ਕੀ ਕੀਤਾ? ਕਹਿੰਦਾ ਜੀ ਹਰਿਮੰਦਰ ਸਾਹਿਬ ਦੇ ਵਿੱਚ ਜਿੱਦਾਂ ਸਿੱਖ ਨਗਰ ਕੀਰਤਨ ਕੱਢਦੇ ਇਹਨਾਂ ਨੇ ਜਲੂਸ, ਕਹਿੰਦਾ ਕੱਢਾਂਗਾ। ਉਹ 5 ਪਿਆਰੇ ਸਿੱਖਾਂ ਦੇ 5 ਪਿਆਰੇ ਹੁੰਦੇ, ਕਹਿੰਦਾ ਮੈਂ 7 ਸਿਤਾਰੇ ਸਾਜੂੰਗਾ। ਜਿਸ ਗੱਲ ਦਾ ਵਿਰੋਧ ਕਰਨ ਦੇ ਲਈ ਬਾਬਾ ਫੌਜਾ ਸਿੰਘ ਦੀ ਅਗਵਾਈ ਦੇ ਵਿੱਚ 13 ਸਿੰਘ ਜਿਹੜੇ ਉਸ ਸਮਾਗਮ ਨੂੰ ਰੋਕਣ ਦੇ ਲਈ ਗਏ, ਨਿਰੰਕਾਰੀਆਂ ਦੇ, ਜਿਨ੍ਹਾਂ ਦੀ ਖਾਤਰ ਸ਼ਹਾਦਤਾਂ ਦੇ ਜਾਮ ਪੀਣੇ ਪਏ, ਸ਼ਹੀਦੀ ਜਾਮ ਜਿਨ੍ਹਾਂ ਦੀ ਖਾਤਰ ਪੀਣੇ ਪਏ। ਆਪਾਂ ਸਾਰੇ ਜਾਣਦੇ ਹਾਂ 1978 ਵਿਸਾਖੀ ਦਾ ਜਿਹੜਾ ਕਾਂਡ ਹੋਇਆ ਅੰਮ੍ਰਿਤਸਰ ਦੀ ਧਰਤੀ 'ਤੇ ਬਾਬਾ ਫੌਜਾ ਸਿੰਘ ਦੀ ਅਗਵਾਈ ਦੇ ਵਿੱਚ। ਇੱਥੋਂ ਫਿਰ ਕੀ ਹੋਇਆ? ਜਦੋਂ 13 ਸਿੰਘ ਸ਼ਹੀਦ ਹੋਏ, ਫਿਰ ਜਦੋਂ ਨਿਰੰਕਾਰੀਏ ਜਿੱਥੇ ਸਮਾਗਮ ਕਰਨ ਜਾਂਦੇ ਸਨ, ਸਿੰਘ ਅੱਗੇ ਵਿਰੋਧ ਕਰਨ ਜਾਂਦੇ ਸਨ, ਇੱਦਾਂ ਕਰਦਿਆਂ ਕਰਦਿਆਂ ਤਕਰੀਬਨ 105 ਦੇ ਕਰੀਬ ਸਿੰਘ ਸ਼ਹੀਦੀ ਜਾਮ ਪੀ ਗਏ ਨੇ। ਜਦੋਂ ਇੰਨੇ ਸਿੰਘ ਸ਼ਹੀਦੀ ਜਾਮ ਪੀ ਗਏ, ਗੱਲ ਚੱਲਦੀ ਗਈ, ਮਸਲਾ ਵੱਧਦਾ ਗਿਆ। 1982 ਵਿੱਚ ਕੀ ਹੋਇਆ ਜੀ? ਫਿਰ ਧਰਮ ਯੁੱਧ ਮੋਰਚਾ ਬਾਬਾ ਜਰਨੈਲ ਸਿੰਘ ਜੀ ਵੱਲੋਂ ਲਾਇਆ ਗਿਆ। ਧਰਮ ਯੁੱਧ ਮੋਰਚਾ ਚੱਲਿਆ, ਜਿਹਦੇ ਵਿੱਚ ਆਨੰਦਪੁਰ ਸਾਹਿਬ ਦੇ ਮਤੇ ਨੂੰ ਮੁੱਖ ਰੱਖ ਕੇ ਗੱਲ ਚੱਲਦੀ ਸੀ। ਆਨੰਦਪੁਰ ਸਾਹਿਬ ਦੇ ਮਤੇ 'ਤੇ ਉਹ ਧਰਮ ਯੁੱਧ ਮੋਰਚਾ ਲੱਗਿਆ। ਫਿਰ ਧਰਮ ਯੁੱਧ ਮੋਰਚੇ ਤੋਂ ਬਾਅਦ ਕਿਸ ਤਰੀਕੇ ਨਾਲ ਫਿਰ ਇੰਦਰਾ ਗਾਂਧੀ ਨੇ ਪਲੈਨਿੰਗ ਕੀਤੀ ਕਿ ਸਿੱਖਾਂ ਨੂੰ ਖਤਮ ਕੀਤਾ ਜਾਵੇ। ਜੇ ਆਪਾਂ ਕਹਿੰਦੇ ਹਾਂ ਨਾ, ਕਈ ਵਾਰੀ ਬੜੇ ਲੋਕ ਇੱਦਾਂ ਦਾ ਇੱਕ ਸਵਾਲ ਕੁਐਸਚਨ ਮਾਰਕ ਖੜਾ ਕਰਦੇ ਨੇ, ਕਹਿੰਦੇ ਜੇ ਬਾਬਾ ਜਰਨੈਲ ਸਿੰਘ ਅਕਾਲ ਤਖਤ 'ਤੇ ਨਾ ਹੁੰਦੇ ਤੇ ਹਮਲਾ ਨਹੀਂ ਸੀ ਹੋਣਾ। ਮੈਂ ਤਾਂ ਇੱਕ ਜਵਾਬ ਦੇਣਾ ਚਾਹੁੰਦਾ, ਥੋੜ੍ਹਾ ਧਿਆਨ ਨਾਲ ਗੌਰ ਕਰਕੇ ਦੇਖਿਓ ਪਿਛਲੇ ਇਤਿਹਾਸ ਨੂੰ ਵਾਚ ਕੇ, ਜਾਂ ਉਸ ਸਮੇਂ 'ਚ ਜਿਹੜੇ ਬਜ਼ੁਰਗ ਹੈ ਅੱਜ ਵੀ ਬੈਠੇ ਨੇ, ਮਿਲ ਜਾਂਦੇ ਨੇ, ਜਿਨ੍ਹਾਂ ਨੇ ਉਹ ਸਾਰਾ ਦੌਰ ਦੇਖਿਆ। ਕੋਈ ਲੰਮਾ ਸਮਾਂ ਨਹੀਂ, 35 ਸਾਲ ਦਾ ਸਮਾਂ ਲੰਘਿਆ ਹੈ, 35-40 ਦੇ ਕਰੀਬ ਟਾਈਮ ਲੰਘਿਆ। ਇਕੱਲੇ ਅਕਾਲ ਤਖਤ ਸਾਹਿਬ 'ਤੇ ਹਮਲਾ ਨਹੀਂ ਸੀ ਹੋਇਆ। ਸਿੱਖਾਂ ਦੇ ਜਿਹੜੇ ਮੇਨ ਧਾਰਮਿਕ ਸਥਾਨ ਸਨ, ਚਾਹੇ ਗੁਰਦੁਆਰਾ ਦੂਖ ਨਿਵਾਰਨ ਸਿੰਘ ਪਟਿਆਲਾ, ਤਰਨ ਤਾਰਨ ਸਾਹਿਬ ਹੈ, ਮੁਕਤਸਰ ਸਾਹਿਬ ਹੈ, ਇੱਦਾਂ ਦੇ ਕਈ ਇਤਿਹਾਸਕ ਸਥਾਨ ਜਿੱਥੇ ਹਮਲਾ ਹੋਇਆ। ਬਾਬਾ ਜਰਨੈਲ ਸਿੰਘ ਜੀ ਤਾਂ ਅਕਾਲ ਤਖਤ 'ਤੇ ਬੈਠੇ ਸਨ, ਬਾਕੀ ਥਾਵਾਂ 'ਤੇ ਤਾਂ ਨਹੀਂ ਬੈਠੇ ਸਨ। ਇੱਕ ਪਲੈਨਿੰਗ ਸੀ ਜਿਹੜੀ ਨਿਰੰਕਾਰੀਆਂ ਨੂੰ ਸ਼ਹਿ ਦੇ ਕੇ ਭੇਜਿਆ ਗਿਆ ਸੀ। ਇੱਕ ਪਲੈਨਿੰਗ ਦੇ ਨਾਲ ਜਾਓ, ਤੁਸੀਂ ਪੰਜਾਬ ਦੀ ਧਰਤੀ 'ਤੇ ਐਸੀ ਖੱਪ ਪਾ ਦਿਓ, ਸਿੱਖਾਂ ਨੂੰ ਗਮਰਾਹ ਕਰੋ, ਸਿੱਖਾਂ ਨੂੰ ਲਲਕਾਰੋ, ਤਾਂ ਜੋ ਇਹ ਉੱਠਣ। ਬਹੁ ਗਿਣਤੀ ਦੇ ਵਿੱਚ ਇੱਕ ਪਲੈਨਿੰਗ ਦੇ ਨਾਲ ਸਿੱਖਾਂ ਨੂੰ ਖਤਮ ਕੀਤਾ ਜਾਵੇ। ਅਤੇ ਇਹੋ ਜਿਹਾ ਦੌਰ ਆ ਗਿਆ ਜਿੱਥੇ ਕਿਰਪਾਨ ਪਾਈ ਹੈ, ਅੰਮ੍ਰਿਤਧਾਰੀ ਸਿੰਘ ਹੈ, ਦਸਤਾਰ ਵਾਲਾ ਕੋਈ ਸਿੰਘ ਹੈ, ਦਾੜੇ ਵਾਲਾ ਕੋਈ ਸਿੰਘ ਮਿਲਦਾ, ਉਹਨੂੰ ਖਤਮ ਕਰ ਦਿੱਤਾ ਜਾਂਦਾ ਸੀ। ਇੱਦਾਂ ਦਾ ਮਾਹੌਲ ਪੰਜਾਬ ਦੇ ਵਿੱਚ ਪੈਦਾ ਹੋ ਗਿਆ, ਇੱਕ ਡਰਾਉਣਾ ਮਾਹੌਲ ਪੈਦਾ ਕੀਤਾ। ਫਿਰ ਉਹ ਸਮਾਂ 1984 ਦਾ ਆਇਆ। 3 ਜੂਨ ਨੂੰ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਕੌਮ ਮਨਾ ਰਹੀ ਸੀ, ਅਤੇ ਇੱਕ ਬੜਾ ਵੱਡਾ ਇਕੱਠ ਹੋਣਾ ਸੀ। ਉਸ 3 ਜੂਨ ਦੇ ਸਮੇਂ 'ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਦਰਬਾਰ ਸਾਹਿਬ 'ਤੇ ਫੌਜਾਂ ਚਾੜੀਆਂ ਗਈਆਂ। ਸਮੇਂ ਦੇ ਨਾਲ ਫੌਜਾਂ ਨੂੰ ਅੰਮ੍ਰਿਤਸਰ ਭੇਜਣਾ ਸ਼ੁਰੂ ਕਰ ਦਿੱਤਾ। ਇੱਕ ਵੱਡੇ ਪੱਧਰ 'ਤੇ CRPF, BSF, ਆਰਮੀ ਵੱਡੇ ਪੱਧਰ 'ਤੇ ਅੰਮ੍ਰਿਤਸਰ ਦੀ ਧਰਤੀ 'ਤੇ ਆ ਗਈ ਹੈ। ਪਹਿਲਾਂ ਕੁਛ ਦਿਨ ਇਹਨਾਂ ਨੇ ਪਲੈਨਿੰਗ ਕੀਤੀ। ਇੱਕ ਗੱਲ ਵਿੱਚੋਂ ਮੈਂ ਛੱਡ ਗਿਆ, ਦੇਹਰਾਦੂਨ ਦੀਆਂ ਪਹਾੜੀਆਂ ਦੇ ਵਿੱਚ ਇੰਦਰਾ ਗਾਂਧੀ ਵੱਲੋਂ ਆਰਮੀ ਨੂੰ ਇੱਕ ਟ੍ਰੇਨਿੰਗ ਦਿੱਤੀ ਗਈ, ਇੱਕ ਮਾਡਲ ਬਣਾਇਆ ਗਿਆ ਦਰਬਾਰ ਸਾਹਿਬ ਦਾ। ਦੇਹਰਾਦੂਨ ਦੀਆਂ ਪਹਾੜੀਆਂ 'ਚ ਮਾਡਲ ਬਣਾ ਕੇ ਦਰਬਾਰ ਸਾਹਿਬ ਦਾ ਉਹਨੂੰ ਭੰਨਿਆ ਗਿਆ, ਉਹ 'ਤੇ ਹਮਲਾ ਕੀਤਾ ਗਿਆ। ਕਿਸ ਤਰੀਕੇ ਨਾਲ ਅੰਦਰ ਵੜਨਾ, ਕਿਸ ਤਰੀਕੇ ਨਾਲ ਹਮਲਾ ਕਰਨਾ, ਦੇਹਰਾਦੂਨ ਦੀਆਂ ਪਹਾੜੀਆਂ 'ਚ ਕੰਮ ਹੋਇਆ। ਉਸ ਤੋਂ ਬਾਅਦ ਇੱਥੇ ਫੌਜ ਚੜ੍ਹ ਕੇ ਆਉਂਦੀ ਹੈ, ਅਤੇ 1 ਜੂਨ ਨੂੰ ਪਹਿਲਾਂ ਇਹਨਾਂ ਨੇ ਫਾਇਰਿੰਗ ਕੀਤੀ ਹੈ। ਫਾਇਰਿੰਗ ਕਰਨ ਦਾ ਮਤਲਬ ਇਹ ਸੀਗਾ, ਜਦੋਂ ਅਸੀਂ ਫਾਇਰ ਕਰਾਂਗੇ ਅੱਗੋਂ ਸਿੱਖ ਜਵਾਬੀ ਫਾਇਰ ਦੇ ਵਿੱਚ ਸਾਨੂੰ ਜਵਾਬ ਦੇਣਗੇ, ਅਤੇ ਸਾਨੂੰ ਸਿੰਘਾਂ ਦੇ ਮੋਰਚਿਆਂ ਦਾ ਪਤਾ ਲੱਗ ਜਾਊਗਾ। ਮੋਰਚੇ ਜਾਣਨ ਖਾਤਰ ਇਹਨਾਂ ਨੇ ਫਾਇਰਿੰਗ ਸ਼ੁਰੂ ਕੀਤੀ ਹੈ। 1 ਤਰੀਕ ਨੂੰ 1 ਜੂਨ ਨੂੰ ਫਾਇਰਿੰਗ ਹੁੰਦੀ ਹੈ।
ਜਿਸ ਫਾਇਰਿੰਗ ਦੇ ਵਿੱਚ ਕੁਛ ਸਿੰਘ ਸ਼ਹੀਦ ਹੋ ਜਾਂਦੇ ਨੇ, ਤੇ ਸਭ ਤੋਂ ਪਹਿਲੇ ਸਿੰਘ ਜਿਹੜੇ ਸ਼ਹੀਦ ਹੋਏ ਜੂਨ 84 ਘੱਲੂਘਾਰੇ ਦੇ 1 ਤਰੀਕ ਦੀ ਫਾਇਰਿੰਗ, ਜਿਨ੍ਹਾਂ ਦਾ ਮੋਰਚਾ ਮਾਤਾ ਕੌਲਾਂ ਜੀ ਦਾ ਜਿਹੜਾ ਅਸਥਾਨ ਹੈ, ਬਾਬਾ ਟੱਲ ਰਾਏ ਜੀ ਦਾ ਵੱਡਾ ਉੱਚਾ ਅਸਥਾਨ ਹੈ, ਉਹਦੇ ਉੱਪਰ ਸੀ। ਉੱਥੇ ਪਹਿਲੇ ਸ਼ਹੀਦ ਹੋਏ ਜਿਹੜੇ ਭਾਈ ਮਹਿੰਗਾ ਸਿੰਘ ਜੀ ਬੱਬਰ, ਉਹਨਾਂ ਦੇ ਉਹ ਫਾਇਰਿੰਗ ਦੇ ਵਿੱਚ ਗੋਲੀਆਂ ਵੱਜਦੀਆਂ ਨੇ ਤੇ ਸ਼ਹੀਦੀ ਜਾਮ ਪੀਂਦੇ ਨੇ। ਤਕਰੀਬਨ 8-10 ਸਿੰਘ ਸ਼ਹੀਦ ਹੋਏ। 2 ਤਰੀਕ ਨੂੰ ਇਹਨਾਂ ਨੇ ਕੁਝ ਨਹੀਂ ਕੀਤਾ। 3 ਤਰੀਕ ਨੂੰ ਇਹਨਾਂ ਨੇ ਪਲੈਨਿੰਗ ਕੀਤੀ ਕਿ ਕਿਸੇ ਤਰੀਕੇ ਨਾਲ ਅਕਾਲ ਤਖਤ ਸਾਹਿਬ ਤੇ ਹਮਲਾ ਕਰਨਾ ਹੈ। ਪੂਰੇ ਪੰਜਾਬ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ। ਜਿੰਨਾ ਪੰਜਾਬ ਦਾ ਨੈਟਵਰਕ ਹੈ, ਪੰਜਾਬ ਦਾ ਸੰਬੰਧ ਭਾਰਤ ਦੇ ਨਾਲ, ਦੂਜੀਆਂ ਕੰਟਰੀਆਂ ਦੇ ਨਾਲ ਕੰਟੈਕਟ ਹੈ, ਨੈਟਵਰਕ ਜਰੀਏ, ਪੱਤਰਕਾਰਾਂ ਜਰੀਏ, ਮੀਡੀਆ ਜਰੀਏ, ਉਹ ਸਾਰਾ ਸੰਪਰਕ 3 ਤਰੀਕ ਨੂੰ ਕੱਟ ਦਿੱਤਾ ਗਿਆ। ਕਰਫਿਊ ਲਾ ਦਿੱਤਾ ਗਿਆ। ਸਭ ਤੇ ਪਾਬੰਦੀ ਲੱਗ ਗਈ ਕਿ ਕੋਈ ਪਿੰਡਾਂ ਸ਼ਹਿਰਾਂ ਦੇ ਵਿੱਚ ਨਹੀਂ ਚੱਲ ਸਕਦਾ, ਇੱਥੋਂ ਤੱਕ ਕਿ ਕੋਈ ਪੈਦਲ ਨਹੀਂ ਚੱਲ ਸਕਦਾ, ਕੋਈ ਸਾਈਕਲ ਤੇ ਵੀ ਨਹੀਂ ਚੱਲ ਸਕਦਾ। ਘਰਾਂ ਚੋਂ ਬਾਹਰ ਨਿਕਲਣ ਦੀਆਂ ਸਖਤ ਹਦਾਇਤਾਂ ਦਿੱਤੀਆਂ ਕਿ ਆਪੋ ਆਪਣੇ ਘਰਾਂ ਅੰਦਰ ਵੜ ਜਾਓ। ਕਰਫਿਊ ਲੱਗ ਜਾਂਦਾ ਹੈ 3 ਜੂਨ ਨੂੰ। 3 ਜੂਨ ਨੂੰ ਕਰਫਿਊ ਲੱਗਣ ਤੋਂ ਬਾਅਦ 4 ਜੂਨ ਦੀ ਸਵੇਰ ਨੂੰ ਇਹਨਾਂ ਨੇ ਪਹਿਲੀ ਗੋਲਾਬਾਰੀ ਕਰਨੀ ਸ਼ੁਰੂ ਕੀਤੀ ਹੈ। ਗੋਲਾਬਾਰੀ ਕਰਨੀ ਸ਼ੁਰੂ ਕੀਤੀ, ਜਿਹਦੇ ਵਿੱਚ ਕਾਫੀ ਲੰਮਾ ਸਮਾਂ 4 ਦੀ ਸਵੇਰ ਤੋਂ ਲੈ ਕੇ 5 ਦੀ ਰਾਤ ਤੱਕ, ਤਕਰੀਬਨ 10 ਕੁ ਵਜੇ ਤੱਕ ਲੰਮਾ ਟਾਈਮ ਇਹ ਚੱਲਿਆ। ਮਾਫ ਕਰਿਓ ਜੀ, 3 ਦੀ ਸਵੇਰ ਤੋਂ 4 ਦੀ ਸਵੇਰ ਤੋਂ 5 ਦੀ ਰਾਤ ਤੱਕ ਸਾਰਾ ਦਿਨ ਗੋਲਾਬਾਰੀ ਕਰਦੇ ਰਹੇ। ਅੱਗੋਂ ਜਵਾਬ ਹੁੰਦਾ ਰਿਹਾ। ਹੁਣ 5 ਤਰੀਕ ਦੀ ਸਵੇਰ ਹੈ। 5 ਤਰੀਕ ਦੀ ਸਵੇਰ ਤੋਂ ਲੈ ਕੇ ਫਿਰ ਰਾਤ ਤੱਕ ਦੂਜੇ ਦਿਨ ਵੀ ਇਹਨਾਂ ਨੇ ਗੋਲਾਬਾਰੀ ਕੀਤੀ। ਕਾਫੀ ਲੰਮਾ ਇੱਧਰੋਂ ਗੁਰੂ ਰਾਮਦਾਸ ਸਰਾਂ ਵਾਲੇ ਪਾਸਿਓਂ ਕਾਫੀ ਗੋਲਾਬਾਰੀ ਹੁੰਦੀ ਹੈ। ਜਿੱਥੇ ਜਿੱਥੇ ਸਿੱਖ ਦਿਸਦੇ ਨੇ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਜਿਹੜੀ ਮੇਨ ਜੰਗ ਹੁੰਦੀ ਹੈ ਉਹ 5 ਦੀ ਰਾਤ ਤੇ 6 ਦੀ ਸਵੇਰ ਹੈ। ਸਾਰੀ ਰਾਤ ਇਹਨਾਂ ਨੇ ਦੇਖਿਆ ਕਿ ਹੁਣ ਕਿਸੇ ਤਰੀਕੇ ਨਾਲ ਸਾਡੇ ਤੋਂ ਨੇੜੇ ਨਹੀਂ ਪਹੁੰਚਿਆ ਜਾ ਰਿਹਾ ਤੇ ਕੋਈ ਹੱਲ ਨਹੀਂ ਹੋ ਰਿਹਾ। ਹੁਣ ਅਸੀਂ ਟੈਂਕ ਪ੍ਰਕਰਮਾਂ ਦੇ ਵਿੱਚ ਤਾਰ ਲੈਣੇ ਨੇ, ਫੌਜ ਪ੍ਰਕਰਮਾਂ ਦੇ ਵਿੱਚ ਤਾਰਨੀ ਹੈ। ਹੁਣ ਪਹਿਲੀ ਫੌਜ ਦੀ ਟੁਕੜੀ ਜਦੋਂ ਇਹਨਾਂ ਨੇ ਪ੍ਰਕਰਮਾਂ ਦੇ ਵਿੱਚ ਭੇਜਣੀ ਹੈ, ਇੱਧਰੋਂ ਲੰਗਰ ਵਾਲੇ ਪਾਸਿਓਂ, ਗੁਰੂ ਰਾਮਦਾਸ ਸਰਾਂ ਵਾਲੇ ਪਾਸਿਓਂ ਜਦੋਂ ਭੇਜਿਆ ਗਿਆ ਇਸ ਟੁਕੜੀ ਨੂੰ, ਅੱਗੋਂ ਸਿੰਘਾਂ ਦੀ ਜਰਨਲ ਸ਼ਬੇਗ ਸਿੰਘ ਦੀ ਇਸ ਤਰੀਕੇ ਨਾਲ ਪਲੈਨਿੰਗ ਕੀਤੀ ਹੋਈ ਹੈ। ਫੌਜ ਦਾ ਵੱਡਾ ਹਿੱਸਾ ਜਿਹੜਾ ਉੱਥੇ ਖਤਮ ਹੋ ਗਿਆ। ਜਰਨਲ ਸ਼ਬੇਗ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੀ ਫੌਜ ਜੰਗ ਲੜਨ ਨੂੰ ਕੁਛ ਕੁ ਮੁੱਠੀ ਭਰ ਸਿੰਘ ਜਿਹੜੇ 300-400 ਦੇ ਕਰੀਬ ਤਿਆਰ ਨੇ ਲੜਨ ਵਾਸਤੇ, ਤੇ ਮੋਰਚੇ ਇਦਾਂ ਦੇ ਥਾਵਾਂ ਤੇ ਫਿੱਟ ਕੀਤੇ ਹੋਏ ਨੇ ਕਿ ਜਿਹੜੀ ਵੱਡਾ ਨੁਕਸਾਨ ਆਰਮੀ ਦਾ ਹੋ ਗਿਆ। ਫਿਰ ਕੀ ਕੀਤਾ, ਕਹਿੰਦੇ ਜੀ ਇੱਕ ਐਸੀ ਗੱਡੀ ਹੁੰਦੀ ਹੈ ਫੌਜ ਦੀ ਜਿਹਦੇ ਵਿੱਚ ਇਹਨਾਂ ਨੇ ਆਪਣੇ ਕਮਾਂਡੋ ਬਿਠਾ ਲਏ ਕਿ ਉਹਦੇ ਤੇ ਛੇਤੀ ਹਮਲਾ ਨਹੀਂ ਹੁੰਦਾ, ਗੱਡੀ ਟੁੱਟਦੀ ਨਹੀਂ ਹੈ। ਇਹਨਾਂ ਨੂੰ ਭੁਲੇਖਾ ਸੀ ਕਿ ਇਦਾਂ ਦਾ ਕੁਛ ਇਹਨਾਂ ਕੋਲ ਹੈ ਨਹੀਂ, ਨਾਰਮਲ ਹਥਿਆਰ ਨੇ, ਗੋਲੀਆਂ ਚਲਾਉਣਗੇ। ਉਹਨੂੰ ਲਈ ਨਹੀਂ ਬੈਠੀ। ਗਰਨੇਡ ਵਗੈਰਾ ਦਾ ਇਹਨਾਂ ਦੇ ਦਿਮਾਗ 'ਚ ਹੀ ਨਹੀਂ ਸੀ ਕਿ ਕੁਛ ਹੋਏਗਾ। ਅੱਗੋਂ ਪ੍ਰਬੰਧ ਕਿੱਦਾਂ ਦਾ? ਇਹਨਾਂ ਨੇ ਆਪਣੇ ਕਮਾਂਡੋ ਦੇ ਬੰਦੇ ਇੱਕ ਅਫਸਰ ਦੇ ਨਾਲ, ਮੁਖੀ ਦੇ ਨਾਲ ਭੇਜੇ, ਜਿਹੜੇ ਅਫਸਰ ਨੂੰ ਕਿਹਾ ਗਿਆ ਕਿ ਅਕਾਲ ਤਖਤ 'ਤੇ ਜਾ ਕੇ ਬਾਬਾ ਜਰਨੈਲ ਸਿੰਘ ਨੂੰ ਜਿਉਂਦਾ ਫੜ ਕੇ ਲਿਆਉਣਾ ਜਾਂ ਖਤਮ ਕਰਨਾ। ਜਿਹਦੇ ਵਿੱਚ ਕੁਲਦੀਪ ਬਰਾੜ ਨੇ ਵੀ ਇੱਕ ਕਿਤਾਬ ਲਿਖੀ ਹੈ, ਸਾਕਾ ਨੀਲਾ ਤਾਰਾ ਦਾ ਬਲੂ ਸਟਾਰ। ਉਹਦੇ ਵਿੱਚ ਉਹਨੇ ਵੀ ਬੜਾ ਕੁਛ ਲਿਖਿਆ, ਕੁਛ ਸਹੀ ਵੀ ਹੈ, ਕੁਛ ਗਲਤ ਵੀ ਹੈ। ਉਹਦੇ ਵਿੱਚ ਉਹਨੇ ਇਹ ਵੀ ਲਿਖਿਆ ਕਿ ਅਸੀਂ ਪਹਿਲਾਂ ਸਪੀਕਰ ਰਾਹੀਂ ਆਵਾਜ਼ ਵੀ ਦਿੱਤੀ ਕਿ ਅਸੀਂ ਆਪਣੇ 13 ਕਿ 17 ਬੰਦੇ ਭੇਜ ਰਹੇ ਹਾਂ ਕਿ ਇਹ ਬੰਦੇ ਤੁਹਾਡੇ ਲਈ ਕੁਛ ਲੈ ਕੇ ਆ ਰਹੇ ਨੇ, ਆਫਰਾਂ ਲੈ ਕੇ ਆ ਰਹੇ ਨੇ, ਆਫਰਾਂ ਨੂੰ ਪ੍ਰਵਾਨ ਕਰ ਲਓ। ਜਿਹਦੇ ਵਿੱਚ ਇਹ ਆਫਰਾਂ ਸਨ ਕਿ ਤੁਸੀਂ ਅਕਾਲ ਤਖਤ ਸਾਹਿਬ ਛੱਡ ਕੇ ਚਲੇ ਜਾਓ, ਤੁਹਾਨੂੰ ਦੁਨੀਆ ਦੇ ਕਿਸੇ ਵੀ ਕੋਨੇ 'ਚ, ਅਮਰੀਕਾ 'ਚ ਕਿਸੇ ਵੀ ਸਿਟੀ 'ਚ ਤੁਸੀਂ ਰਹਿਣਾ ਚਾਹੁੰਦੇ ਆ, ਜਾਣਾ ਚਾਹੁੰਦੇ ਆ, ਬਕਾਇਦਾ ਮਾਣ ਸਨਮਾਨ ਨਾਲ ਭੇਜਿਆ ਜਾਏਗਾ। ਕਰੋੜਾਂ ਰੁਪਈਆ, ਅਰਬਾਂ ਰੁਪਈਆ ਤੁਹਾਨੂੰ ਦਿੱਤਾ ਜਾਏਗਾ। ਫਿਰ ਉਹਦੇ ਵਿੱਚ ਇਹ ਵੀ ਸੀ ਕਿ ਤੁਹਾਨੂੰ ਸੈਂਸਰ ਲਾ ਕੇ ਦੇਸ਼ ਦਾ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੰਦੇ ਆ, ਤੁਹਾਨੂੰ ਪਾਕਿਸਤਾਨ, ਇੱਦਾਂ ਦੀਆਂ ਕਈ ਮੰਗਾਂ ਸੀ। ਅਤੇ ਉਹ ਕੁਲਦੀਪ ਸਿੰਘ ਨੇ ਵੀ ਗੱਲ ਲਿਖੀ ਹੈ, ਕਹਿੰਦਾ
ਸਾਨੂੰ ਜਵਾਬ ਕੀ ਮਿਲਿਆ, ਅੱਗੋਂ ਕੀ ਹੋਇਆ, ਉਹ ਤਾਂ ਪਤਾ ਲੱਗੇ ਜਿਹੜੇ 13 ਬੰਦੇ ਅਸੀਂ ਭੇਜੇ ਸੀ ਜੇ ਉਹ ਵਾਪਸ ਆਏ ਹੋਣ, ਕਹਿੰਦੇ ਉਹ 13 ਦੇ 13 ਉਹਨਾਂ ਨਾਲ ਰਲ ਕੇ ਸਾਡੇ ਵਿਰੁੱਧ ਲੜੇ। ਵੇਖੋ ਕੈਸੀ ਬਖਸ਼ਿਸ਼ ਹੋਏਗੀ ਉਹਨਾਂ ਮਹਾਨ ਗੁਰਸਿੱਖਾਂ ਦੀ, ਕੈਸੀ ਕਸ਼ਿਸ਼ ਹੋਏਗੀ ਬਾਬਾ ਜਰਨੈਲ ਸਿੰਘ ਜੀ ਦੇ ਬੋਲਾਂ ਵਿੱਚ, ਕਿਹੜੀ ਤਾਕਤ ਸੀ ਜਿਹੜੀ ਆਪਣੇ ਵੱਲ ਨੂੰ ਖਿੱਚ ਲੈਂਦੇ ਸਨ ਜਿਹੜਾ ਵੀ ਆਉਂਦਾ ਸੀ। ਬਾਣੀ ਪੜ੍ਹਨ ਵਾਲੇ ਮਰ ਜੀਵੜੇ, ਨਾ ਵਿਕਣ ਵਾਲੇ, ਨਾ ਥੱਕਣ ਵਾਲੇ, ਨਾ ਅੱਕਣ ਵਾਲੇ, ਇਦਾਂ ਦੇ ਯੋਧੇ। ਤੇ ਜਿਹੜੇ ਉਸ ਸਮੇਂ ਨਾਲ ਲੜਨ ਵਾਲੇ ਜਰਨਲ ਸ਼ਬੇਗ ਸਿੰਘ ਵਰਗੇ, ਭਾਈ ਅਮਰੀਕ ਸਿੰਘ ਵਰਗੇ, ਬਾਬਾ ਠਾਰਾ ਸਿੰਘ ਵਰਗੇ, ਹੋਰ ਕਿੰਨੇ ਉਹ ਗੁਰਸਿੱਖ ਜਿਨ੍ਹਾਂ ਨੇ ਆਪੋ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਕੁਰਬਾਨੀਆਂ ਕੀਤੀਆਂ। ਤੇ ਉਹਨਾਂ ਦੇ ਵਿੱਚ ਉਹ ਵੀ ਸਨ ਅੱਜ ਜਿਹੜੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋਏ ਬੈਠੇ ਆ, ਜਿਹੜੇ ਹੱਥ ਖੜੇ ਕਰਕੇ ਬਾਹਰ ਆਏ ਆ। ਚਾਹੇ ਉਹ ਬਾਦਲ ਕਹਿ ਲਓ, ਟੌੜੇ ਵਰਗੇ ਕਹਿ ਲਓ, ਲੌਂਗੋਵਾਲ ਵਰਗੇ ਕਹਿ ਲਓ, ਵੱਡੀਆਂ ਵੱਡੀਆਂ ਗੱਲਾਂ ਕਰਨ। ਜਿਹੜੀ ਸ਼੍ਰੋਮਣੀ ਕਮੇਟੀ 1921 ਦੇ ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਵਿੱਚੋਂ ਨਿਕਲੀ ਸੀ, ਅੱਜ 84 ਆ ਗਿਆ, ਉਹੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਨੁਮਾਇੰਦੇ ਉਹ ਹੱਥ ਖੜੇ ਕਰ ਕਰਕੇ ਬਾਹਰ ਆਉਂਦੇ ਨੇ ਕਿ ਸਾਨੂੰ ਕੁਰਬਾਨੀ ਨਾ ਕਰਨੀ ਪੈ ਜੇ। ਕਿਤੇ ਨਾ ਕਿਤੇ ਅੰਦਰੋਂ ਰਲੇ ਹੋਏ, ਕਿਤੇ ਨਾ ਕਿਤੇ ਆਪਾਂ ਗਦਾਰ ਕਹਿੰਦੇ ਹਾਂ। ਅੱਜ ਵੀ ਕਾਬਜ਼ ਜਿੰਨਾ ਕੌਮ ਦਾ ਬੇੜਾ, ਆਪਾਂ ਸਿੱਧੀ ਗੱਲ ਇਹ ਕਹਿ ਸਕਦੇ ਹਾਂ, ਉਦੋਂ ਤੋਂ ਲੈ ਕੇ ਹੁਣ ਤੱਕ ਬੈਠਿਆ ਇਹਨਾਂ ਬੰਦਿਆਂ ਕਰਕੇ ਬੈਠਿਆ। ਤੇ ਜਿਹਦਾ ਨਤੀਜਾ ਉਹ ਭੁਗਤ ਚੁੱਕੇ ਆ, ਤਕਰੀਬਨ ਭੁਗਤ ਚੁੱਕੇ ਆ, ਸਾਫ਼ ਹੋ ਗਿਆ ਕੰਮ। ਅੱਜ ਪੱਲੇ ਕੁਝ ਰਿਹਾ ਵੀ ਨਹੀਂ ਆ, ਜਿਸ ਦਾ ਨਤੀਜਾ ਚੰਗੀ ਤਰ੍ਹਾਂ ਭੁਗਤ ਚੁੱਕੇ ਨੇ। ਜਿਹੜੇ ਵੱਡੀਆਂ ਵੱਡੀਆਂ ਠਾਰਾਂ ਮਾਰਦੇ ਸੀ ਕਿ ਅਸੀਂ 25 ਸਾਲ ਰਾਜ ਕਰਕੇ ਇੱਥੋਂ ਜਾਣਾ, ਅੱਜ 1-2 ਸੀਟਾਂ ਪਰਿਵਾਰ ਦੀਆਂ ਵੀ ਨਹੀਂ ਆਈਆਂ। ਇਹ ਉਹੀ ਸਾਰੇ ਬੰਦੇ ਨੇ ਜਿਨ੍ਹਾਂ ਨੇ ਸ਼ਹਿਆਂ ਦੇ ਦੇ ਕੇ ਆਹ ਸਭ ਕੁਝ ਕੀਤਾ। ਕਦੇ ਉਹ ਸਾਕੇ ਨੂੰ, ਫਿਰ ਕੀ ਹੋਇਆ ਜੀ, ਹੁਣ ਜਿਹੜੀ ਗੱਡੀ ਇਹਨਾਂ ਦੇ ਇੱਕ ਆਫੀਸਰ ਨੂੰ ਜਦੋਂ ਦੱਸਿਆ ਗਿਆ ਕਿ ਭਾਈ ਤੂੰ ਜਾਣਾ, ਕਹਿੰਦਾ ਮੈਂ ਜਾਊਂਗਾ, ਜਾ ਕੇ ਫੜ ਕੇ ਜਾਂ ਖ਼ਤਮ ਕਰਕੇ ਮੈਂ ਮੁੜੇ ਆਊਂਗਾ, ਵਾਪਸ ਆ ਜਾਊਂਗਾ, ਬਸ ਇੰਨੀ ਗੱਲ ਹੈ। ਇੰਨੀ ਕੁ ਗੱਲ ਇਹ ਸਮਝੀ ਬੈਠੇ ਸੀ। ਜਦੋਂ ਗੱਡੀ ਨੂੰ ਭੇਜਿਆ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਤਾਰਿਆ ਗਿਆ, ਇੱਕ ਵੱਡੇ ਗਰਨੇਟ ਨਾਲ ਸਿੰਘਾਂ ਵੱਲੋਂ ਹਮਲਾ ਹੋਇਆ। ਉਹ ਗੱਡੀ ਦੇ ਵਿੱਚ ਜਿੰਨੇ ਕਮਾਂਡੋ ਸੀ ਤੇ ਜਿੰਨੇ ਆਫੀਸਰ ਸਭ ਤਬਾਹ ਹੋ ਗਏ, ਖਤਮ ਹੋ ਗਏ। ਵੱਡਾ ਨੁਕਸਾਨ, ਆਪਾਂ ਇਹ ਨਹੀਂ ਕਹਿ ਸਕਦੇ ਕੌਮ ਦਾ ਨੁਕਸਾਨ ਹੋਇਆ, ਇਸ ਗੱਲ ਨੂੰ ਅਸੀਂ ਕਬੂਲ ਕਰਦੇ ਹਾਂ, ਥੋੜ੍ਹਾ ਨਹੀਂ ਬਹੁਤ ਵੱਡਾ ਨੁਕਸਾਨ ਸਾਡੀ ਕੌਮ ਦਾ ਹੋਇਆ। ਪਰ ਭਾਰਤ ਦੀ ਫੌਜ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ। ਜਿਹੜੇ ਕਮਾਂਡੋ ਪ੍ਰਧਾਨ ਮੰਤਰੀ ਦੀ ਰੱਖਿਆ ਲਈ ਲੱਗਦੇ ਨੇ, ਜਿਹੜਾ ਇੱਕ ਇੱਕ ਕਮਾਂਡੋ ਬੜਾ ਕੀਮਤੀ ਹੈ ਫੌਜ ਲਈ, ਉਹ ਕਮਾਂਡੋ ਦਰਬਾਰ ਸਾਹਿਬ ਲਿਆਂਦੇ ਗਏ ਤੇ ਵੱਡਾ ਹਿੱਸਾ ਜਿਹੜਾ ਉਹਨਾਂ ਕਮਾਂਡੋਆਂ ਦਾ ਖਤਮ ਹੋ ਗਿਆ ਉੱਥੇ। ਫਿਰ ਰਾਤ, ਸਾਰੀ ਰਾਤ ਇਹ ਆਪਰੇਸ਼ਨ ਚੱਲਿਆ, ਚੱਲਦੇ ਸੀ, ਫੇਲ ਹੋ ਜਾਂਦੇ ਸੀ ਅੱਗੇ ਜਦੋਂ ਦੂਜੀਆਂ ਟੁਕੜੀਆਂ। ਫਿਰ ਇਹਨਾਂ ਨੇ ਕੀ ਕੀਤਾ, ਟੈਂਕ ਲਏ, ਜਿਹੜੇ ਟੈਂਕ ਆਏ ਹੋਏ ਸੀ, ਫਿਰ ਟੈਂਕਾਂ ਨੂੰ ਤਾਰਿਆ ਗਿਆ, ਟੈਂਕਾਂ ਨੂੰ ਪਰਿਕਰਮਾ ਦੇ ਵਿੱਚ ਤਾਰਿਆ ਗਿਆ। ਉਸ ਟੈਂਕ ਤੇ ਵੀ ਹਮਲਾ ਹੋਇਆ, ਉਹ ਟੈਂਕ ਵੀ ਖਤਮ ਹੋ ਗਿਆ। ਟੈਂਕ ਚਲਾਉਣ ਦੀ ਇਜਾਜ਼ਤ ਨਹੀਂ ਸੀ, ਇੱਕ ਗੱਲ ਮੈਂ ਵੀ ਨੋਟ ਕਰ ਲਿਓ, ਕਿਉਂਕਿ ਜਦੋਂ ਅਸੀਂ ਵੱਡੇ ਵੱਡੇ ਵਿਦਵਾਨ ਜਿਨ੍ਹਾਂ ਨੇ ਉਹ ਸਮਾਂ ਦੇਖਿਆ, ਉਹ ਸਮੇਂ ਦੇ ਦੌਰ ਨੂੰ ਪੜ੍ਹਿਆ, ਸਮਝਿਆ, ਸਰਦਾਰ ਅਜਮੇਰ ਸਿੰਘ ਜੀ ਨੂੰ ਮੈਂ ਸੁਣ ਰਿਹਾ ਸੀ ਤੇ ਉਹਨਾਂ ਦੇ ਵਿੱਚੋਂ ਬੜੀਆਂ ਐਸੀਆਂ ਗੱਲਾਂ ਮਿਲ ਰਹੀਆਂ ਜਿਹੜੀਆਂ ਸਾਡੇ ਸੋਚਣ ਤੋਂ ਪਰੇ ਹੋ ਜਾਂਦੀਆਂ। ਉਹ ਟੈਂਕ ਭੇਜਿਆ ਗਿਆ ਤੇ ਟੈਂਕ ਚਲਾਉਣ ਦੀ ਇਜਾਜ਼ਤ ਨਹੀਂ। ਟੈਂਕ ਦੇ ਵਿੱਚ ਨਾ 2 ਤਰ੍ਹਾਂ ਦੀਆਂ ਜਿਹੜੀਆਂ ਉਹ ਰਾਈਫਲਾਂ ਉਹਨਾਂ ਦੀਆਂ ਜਿੱਥੋਂ ਬੰਬ ਨਿਕਲਦਾ 2 ਤਰ੍ਹਾਂ ਦਾ, ਇੱਕ ਤਾਂ ਵੱਡਾ ਬਲਾਸਟ ਜਿਹਦੇ ਨਾਲ ਹੁੰਦਾ, ਇੱਕ ਛੋਟਾ ਹੁੰਦਾ, 2 ਤਰ੍ਹਾਂ ਦੇ ਆ। ਪਹਿਲਾਂ ਇਹਨਾਂ ਨੇ ਟੈਂਕ ਅੰਦਰ ਵਾਰਿਆ, ਗੋਲਾਬਾਰੀ ਕੀਤੀ, ਗ੍ਰਨੇਡ ਸਭ ਕੁਝ ਚਲਾਇਆ, ਨੇੜੇ ਨਹੀਂ ਪਹੁੰਚ ਸਕੇ। ਅਕਾਲ ਤਖਤ ਸਤੂਰ ਹੈ, ਇੱਥੋਂ ਤੱਕ ਕਿ ਇਹਨਾਂ ਨੇ ਇੱਕ ਟੁਕੜੀ ਫੌਜ ਦੀ ਉਹ ਵੀ ਬੁਲਾਈ, ਗੋਤਾਖੋਰ ਫੌਜ, ਜਿਹੜੀ ਕਿ ਪਾਣੀ ਵਿੱਚ ਦੀ ਚਲੀ ਜਾਂਦੀ ਹੈ। ਉਹ ਗੋਤਾਖੋਰ ਨੂੰ ਸਰੋਵਰ ਦੇ ਵਿੱਚ ਦੀ ਭੇਜ ਕੇ ਪਲੈਨਿੰਗ ਸੀ ਕਿ ਅਕਾਲ ਤਖਤ ਕੋਲ ਜਾ ਕੇ ਨਿਕਲ ਆਉਣਗੇ, ਪਰ ਉਹ ਵੀ ਨਾਕਾਮਯਾਬ ਹੋ ਸਕੇ। ਹੁਣ ਉਸ ਤੋਂ ਬਾਅਦ ਕੀ ਹੈ, ਇੱਕ ਟੈਂਕ ਨੂੰ ਜਦੋਂ ਭੇਜਿਆ, ਉਹ ਟੈਂਕ ਤੇ ਹਮਲਾ ਕੀਤਾ, ਟੈਂਕ ਖਤਮ ਹੋ ਗਿਆ, ਟੈਂਕ ਅੜ ਗਿਆ, ਖਤਮ ਹੈ। ਹੁਣ ਇੱਕ ਟੈਂਕ ਹੋਰ ਤਾਰਿਆ। ਪਹਿਲਾਂ ਇਹਨਾਂ ਨੇ ਪਲੈਨਿੰਗ ਕੀਤੀ, ਜਿਹੜੀਆਂ ਟੈਂਕ ਦੀਆਂ ਲਾਈਟਾਂ ਹੁੰਦੀਆਂ, ਕਹਿੰਦੇ ਉਹ ਲਾਈਟਾਂ ਦੀ ਰੋਸ਼ਨੀ ਇੱਦਾਂ ਦੀ ਹੁੰਦੀ ਹੈ, ਜਦੋਂ ਸਾਹਮਣੇ ਫੌਜ ਦੁਸ਼ਮਣ ਵੱਲ ਮਾਰਦੇ ਆ, ਉਹ ਇੱਕ ਕੁਝ ਮਿੰਟਾਂ ਵਾਸਤੇ ਉਹਨਾਂ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ, ਪਤਾ ਨਹੀਂ ਲੱਗਦਾ। ਲਾਈਟ ਇੰਨੀ ਜ਼ਿਆਦਾ ਤੇਜ਼ ਹੈ, ਉਹ ਲਾਈਟਾਂ ਮਾਰਨ ਲੱਗੇ, ਕੁਦਰਤੀ ਇੱਦਾਂ ਦੀ ਗੱਲ ਹੋਈ ਕਿ ਲਾਈਟ ਫਿਊਜ਼ ਹੋ ਗਈ।
ਦੂਜੇ ਟੈਂਕ ਦੀਆਂ ਵੀ ਮਾਰਨ ਲੱਗੇ, ਉਹਦੀਆਂ ਵੀ ਫਿਊਜ਼ ਹੋ ਗਈਆਂ। ਫਿਰ ਜਰਨਲ ਕੁਲਦੀਪ ਬਰਾੜ ਤੇ ਨਾਲ ਹੋਰ ਜਿਹੜੇ ਆਫੀਸਰ ਬੜੇ ਨੇ, ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਤਾਇਨਾਤ ਨੇ, ਸਭ ਸੱਦ ਲਏ ਗਏ। ਤੇ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਇਹਨਾਂ ਦੀ ਫੌਜ ਖਤਮ ਹੁੰਦੀ ਸੀ, ਮਰਦੀ ਸੀ, ਉਹ ਫੌਜ ਨੂੰ ਚੱਕਣ ਵਾਸਤੇ ਜਾਂ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਲਿਜਾਣ ਵਾਸਤੇ ਹੈਲੀਕਾਪਟਰ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ, ਅੰਬਾਲੇ ਤੱਕ ਇੱਦਾਂ ਚੱਲਦੇ ਸੀ ਕਿ ਜਿੱਦਾਂ ਆਮ ਹੀ ਕੁਛ ਉੱਡਿਆ ਫਿਰਦਾ ਹੁੰਦਾ। ਬੜੀ ਕੋਸ਼ਿਸ਼ ਇਹਨਾਂ ਵੱਲੋਂ ਵੀ ਹੋਈ, ਬੜਾ ਯੁੱਧ ਲੱਗਿਆ। 3-4 ਵਾਲੇ ਆਪਣੀ ਹਾਰ ਜੰਗ ਲੜਦੇ ਲੜਦੇ ਕਬੂਲ ਕਰ ਚੁੱਕੇ ਸੀ ਕਿ ਇਸ ਤੋਂ ਅੱਗੇ ਸਾਡੀ ਵਾਹ ਨਹੀਂ ਹੈ, ਕੀ ਕੀਤਾ ਜਾਵੇ। ਫਿਰ ਇਹਨਾਂ ਨੇ ਅੱਧੀ ਰਾਤ ਨੂੰ ਇੰਦਰਾ ਗਾਂਧੀ ਨੂੰ ਆਪਣੇ ਨੈਟਵਰਕ ਜ਼ਰੀਏ ਮੈਸੇਜ ਭੇਜਿਆ ਕਿ ਸਾਨੂੰ ਟੈਂਕ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਫਿਰ ਜਦੋਂ ਗੱਲਬਾਤ ਹੋਈ, ਇੰਦਰਾ ਗਾਂਧੀ ਨੇ ਕਿਹਾ ਉੱਦਾਂ ਨਹੀਂ, ਉਹ ਕਹਿੰਦੇ ਸਭ ਹਥਿਆਰ ਖਤਮ ਨੇ, ਹੱਥ ਖੜੇ ਹੋ ਚੁੱਕੇ ਨੇ, ਅਗਲਾ ਹਥਿਆਰ ਤਾਂ ਇਹੀ ਹੈ ਜੇ ਟੈਂਕ ਚੱਲਣਗੇ ਤੇ ਕੁਛ ਹੋ ਸਕਦਾ ਹੈ। ਫਿਰ ਉੱਥੋਂ ਇੱਕ ਇਜਾਜ਼ਤ ਮਿਲਦੀ ਹੈ ਇੰਦਰਾ ਗਾਂਧੀ ਤੋਂ ਕਿ ਜਿਹੜੀ ਛੋਟੀ ਬੈਰਲ ਹੈ ਉਹਦੇ ਰਾਹੀਂ ਹਮਲਾ ਕੀਤਾ ਜਾਵੇ। ਫਿਰ ਉਹ ਛੋਟੀ ਬੈਰਲ ਦੇ ਰਾਹੀਂ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਗਿਆ। ਦਰਬਾਰ ਸਾਹਿਬ ਦੇ ਵਿੱਚ 300 ਤੋਂ ਵੱਧ ਗੋਲੀਆਂ ਲੱਗੀਆਂ ਸੀ। ਕੀਰਤਨ ਕਰਦੇ ਜਥੇ ਭਾਈ ਗੁਰਮੁਖ ਸਿੰਘ ਜਿਹੜੇ ਅੱਖਾਂ ਤੋਂ ਮਣਾਖੇ ਸਨ, ਉਹ ਵੀ ਸ਼ਹੀਦ ਹੋਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਰੂਪ ਨੂੰ ਵੀ ਗੋਲੀਆਂ ਲੱਗੀਆਂ। ਐਡੇ ਵੱਡੇ ਪੱਧਰ ਤੇ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਆਮ ਸਿੱਖ ਸੰਗਤ ਨਿਹੱਥਿਆਂ ਤੇ ਬੜਾ ਜ਼ੁਲਮ ਹੋਇਆ। ਪਾਣੀ ਬੰਦ ਕਰ ਦਿੱਤਾ ਗਿਆ, ਲਾਈਟ ਬੰਦ ਕਰ ਦਿੱਤੀ ਗਈ ਹੈ। ਪਾਣੀ ਲਈ ਪਿਆਸੇ ਤੜਫਦੇ ਬੜੇ ਸਾਡੀ ਕੌਮ ਦੀਆਂ ਬੀਬੀਆਂ, ਭੈਣਾਂ, ਬਜ਼ੁਰਗ ਜਿਹੜੇ ਸ਼ਹੀਦੀ ਜਾਮ ਪੀ ਗਏ। ਲਾਸ਼ਾਂ ਦੇ ਢੇਰ ਆਸੇ-ਪਾਸੇ ਲੱਗੇ ਹੋਏ ਨੇ। ਇੱਕ ਨਾ ਦਾਦਾ ਪੋਤਾ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੀ ਸ਼ਹੀਦੀ 'ਤੇ ਗਏ ਦਰਬਾਰ ਸਾਹਿਬ ਉਸ ਟਾਈਮ 'ਤੇ। ਹੁਣ ਦਾਦੇ ਦੇ ਨਾਲ ਪੋਤਾ, ਤੇ ਪੋਤੇ ਨੂੰ ਫੌਜ ਨੇ ਕੁੱਟਿਆ, ਵੱਟ ਮਾਰੇ ਰਾਈਫਲਾਂ ਦੇ। ਤੇ ਆਪਣੇ ਦਾਦੇ ਨੂੰ ਕਹਿੰਦਾ ਜਦੋਂ ਮੈਂ ਇੱਥੋਂ ਚਲਿਆ ਗਿਆ ਤੇ ਮੈਂ ਜਾ ਕੇ ਗੁਰੂ ਘਰ ਮੈਂ ਗੁਰੂ ਸਾਹਿਬ ਨੂੰ ਪੁੱਛਣਾ ਹੈ ਕਿ ਮੇਰਾ ਕੀ ਕਸੂਰ ਸੀ ਕਿ ਮੈਨੂੰ ਕਿਸ ਗੱਲੋਂ ਕੁੱਟ ਪਈ ਹੈ, ਉੱਥੇ ਮੈਨੂੰ ਕਿਉਂ ਕੁੱਟਿਆ ਗਿਆ। ਤੇ ਦਾਦਾ ਆਪਣੇ ਪੋਤੇ ਨੂੰ ਨਾ ਉੱਥੇ ਬੈਠਾ ਸਮਝਾਵੇ, ਕਹਿੰਦਾ ਪੁੱਤ ਨਾ ਇਹ ਗੱਲ ਨਹੀਂ ਕਰਨੀ ਤੂੰ। ਕਹਿੰਦਾ ਕਿਉਂ? ਕਹਿੰਦਾ ਤੂੰ ਇਹ ਗੱਲ ਕਰੇਂਗਾ ਤੇਰੇ ਕੁੱਟ ਕਿਉਂ ਪਈ। ਉਹ ਯਾਦ ਕਰ ਗੁਰੂ ਅਰਜਨ ਦੇਵ ਸਾਹਿਬ ਜੀ ਤੈਨੂੰ ਕਹਿਣਗੇ ਮੈਂ ਤੱਤੀ ਤਵੀ ਤੇ ਕਿਉਂ ਬੈਠਾ ਭਾਈ। ਫਿਰ ਯਾਦ ਕਰ ਉਹਨਾਂ ਨਿੱਕੇ ਸਾਹਿਬਜ਼ਾਦਿਆਂ ਨੂੰ, ਉਹ ਵੀ ਤੈਨੂੰ ਸਵਾਲ ਪੁੱਛਣਗੇ ਭਾਈ ਅਸੀਂ ਕਿਉਂ ਨੀਆਂ ਵਿੱਚ ਖੜ ਕੇ ਸ਼ਹਾਦਤਾਂ ਦਾ ਜਾਮ ਪੀਤਾ। ਪੁੱਤੇ ਤੇਰੀ ਖਾਤਰ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ, ਤੇਰੀ ਖਾਤਰ ਗੁਰੂ ਗੋਬਿੰਦ ਸਿੰਘ ਦੇ ਨਿੱਕੇ ਨਿੱਕੇ ਬੱਚਿਆਂ ਨੇ। ਦਾਦੇ ਦੀ ਭਾਵਨਾ ਦੇਖੋ, ਆਪਣੇ ਪੁੱਤ ਨੂੰ, ਪੁੱਤ ਕਹਿ ਰਿਹਾ ਕਿ ਮੈਂ ਜਾ ਕੇ ਲਾਮਾ ਦੇਊਂਗਾ, ਮੈਂ ਪੁੱਛੂੰਗਾ ਮੇਰੇ ਕਿਉਂ ਕੁੱਟ ਪਈ, ਤੇ ਦਾਦਾ ਆਪਣੇ ਪੁੱਤ ਨੂੰ ਇਤਿਹਾਸ ਦੀਆਂ ਲੋਰੀਆਂ ਦੇ ਕੇ ਵਰਾ ਰਿਹਾ, ਪੁੱਤ ਨਹੀਂ ਇਹ ਗੱਲ ਨਹੀਂ ਕਰਨੀ। ਫਿਰ ਕੀ ਹੋ ਗਿਆ, ਤੂੰ ਜੇ ਕੁੱਟ ਖਾਧੀ ਹੈ ਕੁਰਬਾਨੀ ਕਰ ਸਕਦਾ ਹੈ। ਦੇਖੋ ਇੱਦਾਂ ਦਾ ਮਾਹੌਲ ਹੈ, ਇੱਦਾਂ ਦੇ ਬੱਚੇ ਜਿਹੜੇ ਉੱਥੇ ਗਏ ਨੇ, ਇੱਦਾਂ ਦਾ ਸਮਾਂ ਆ ਗਿਆ। ਹੁਣ ਟੈਂਕ ਵਾੜ ਦਿੱਤੇ ਗਏ, ਇਜਾਜ਼ਤ ਦੇ ਦਿੱਤੀ ਗਈ, ਕਹਿੰਦੇ ਛੋਟੀਆਂ ਜਿਹੜੀਆਂ ਤੋਪਾਂ ਉਹ ਚਲਾ ਦਿਓ। ਛੋਟੀਆਂ ਤੋਪਾਂ ਦੇ ਨਾਲ ਹਮਲਾ ਹੋਇਆ। ਤਕਰੀਬਨ ਜਿਹੜਾ ਇਹ ਟਾਈਮ ਹੈ ਰਾਤ ਨੂੰ ਸਵੇਰੇ 3-4 ਵਜੇ ਦੇ ਕਰੀਬ ਦਾ ਟਾਈਮ ਇਹ ਚੱਲ ਰਿਹਾ। ਫਿਰ ਉਹਨਾਂ ਦੇ ਨਾਲ ਕੁਛ ਕੁ ਨੁਕਸਾਨ ਹੋਇਆ, ਵੱਡਾ ਨੁਕਸਾਨ ਨਹੀਂ ਹੋ ਸਕਿਆ। ਫਿਰ ਇਹਨਾਂ ਨੇ ਦੁਬਾਰਾ ਇਜਾਜ਼ਤ ਫਿਰ ਲਈ ਵੱਡੀਆਂ ਤੋਪਾਂ ਚਲਾਉਣ ਦੇ ਲਈ। ਜਦੋਂ ਵੱਡੀਆਂ ਤੋਪਾਂ ਚਲਾਉਣ ਦੀ ਇਜਾਜ਼ਤ ਮਿਲੀ, ਉਸ ਟਾਈਮ 'ਤੇ ਫਿਰ ਵੱਡੇ ਗੋਲੇ ਜਿਹੜੇ ਤੋਪਾਂ ਰਾਹੀਂ ਅਕਾਲ ਤਖਤ ਸਾਹਿਬ 'ਤੇ ਚਲਾਏ ਗਏ, ਜਿਨ੍ਹਾਂ ਦੇ ਨਾਲ ਗੁੰਬਦ ਤੇ 3 ਮੰਜ਼ਲਾਂ ਜਿਹੜੀਆਂ ਅਕਾਲ ਤਖਤ ਸਾਹਿਬ ਦੀਆਂ ਢਹਿ ਢੇਰੀ ਕੀਤੀਆਂ ਗਈਆਂ। ਬੜੇ ਸਿੰਘ ਜਿਹੜੇ ਮਲਬੇ ਦੇ ਵਿੱਚ ਤਰੜੇ ਗਏ। ਫਿਰ ਇਹ ਟੈਂਕਾਂ ਦੀ ਮਦਦ ਦੇ ਨਾਲ ਅਕਾਲ ਤਖਤ ਸਾਹਿਬ ਦੇ ਨੇੜੇ ਗਏ। ਫਿਰ ਤਕਰੀਬਨ 6 ਜੂਨ ਦੀ ਸਵੇਰ ਦਾ ਸਮਾਂ ਆ ਗਿਆ। 4-5 ਵਜੇ ਤੋਂ ਬਾਅਦ ਦਿਨ ਚੜ੍ਹਨਾ ਸ਼ੁਰੂ ਹੋ ਗਿਆ। ਫਿਰ ਬਾਬਾ ਜਰਨੈਲ ਸਿੰਘ ਜੀ, ਭਾਈ ਸ਼ੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਵਰਗੇ, ਭਾਈ ਅਮਰੀਕ ਸਿੰਘ ਵਰਗੇ ਉਹ ਮਹਾਨ ਯੋਧੇ ਜਿਹੜੇ ਹਿੱਕ ਤਾਣ ਕੇ ਖੜੇ ਸੀ। ਫਿਰ ਉਸ ਸਮੇਂ ਬਾਬਾ ਜਰਨੈਲ ਸਿੰਘ ਜੀ ਹੁਣਾਂ ਨੇ ਸਿੰਘਾਂ ਨੂੰ ਕਿਹਾ, ਭਾਈ ਜੇ ਕੋਈ ਜਾਣਾ ਚਾਹੁੰਦਾ ਹਜੇ ਵੀ ਪਿੱਛੋਂ ਦੀ ਇੱਕ ਰਸਤਾ ਹੈ, ਜਾ ਸਕਦੇ ਹੋ, ਪਰ ਅਸੀਂ ਕੁਰਬਾਨੀ ਕਰਨ ਲਈ ਤਿਆਰ ਹਾਂ। ਅਸੀਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਇਸ ਅਸਥਾਨ 'ਤੇ ਬੈਠੇ ਹਾਂ, ਅਸੀਂ ਆਪਣਾ ਸ਼ਹੀਦੀ ਜਾਮ ਪੀ ਕੇ ਹੁਣ ਇੱਥੋਂ ਜਾਵਾਂਗੇ। ਪਹਿਲਾਂ ਕਹਿੰਦੇ ਆ ਕਿ ਭਾਈ ਸ਼ੁਬੇਗ ਸਿੰਘ ਜੀ ਸ਼ਹੀਦੀ ਜਾਮ ਪੀ ਲੈਂਦੇ ਨੇ।
ਤੜਫਦੇ ਨੇ ਦੁਸ਼ਮਣ ਦੇ ਨਾਲ। ਵਿਹੜੇ ਦੇ ਵਿੱਚ, ਅਕਾਲ ਤਖਤ ਸਾਹਿਬ ਦੇ ਵਿਹੜੇ 'ਚ ਜਿੱਥੇ ਅਸੀਂ ਨਿਸ਼ਾਨ ਸਾਹਿਬ ਲੱਗੇ ਹੋਏ ਨੇ, ਅਕਾਲ ਤਖਤ ਸਾਹਿਬ ਦੇ ਥੱਲੇ ਖੜ੍ਹਦੇ ਹਾਂ, ਉਸ ਜਗ੍ਹਾ 'ਤੇ ਦੁਸ਼ਮਣ ਦੇ ਨਾਲ ਮੁਕਾਬਲਾ ਹੁੰਦਾ। ਸਿੰਘ ਸਾਰੇ ਬਾਹਰ ਆ ਜਾਂਦੇ ਨੇ। ਫਿਰ ਕਹਿੰਦੇ ਜਰਨਲ ਸ਼ਬੇਗ ਸਿੰਘ ਬਾਬਾ ਜੀ ਤੋਂ ਕੁਛ ਟਾਈਮ ਪਹਿਲਾਂ, ਸੰਤ ਜਰਨੈਲ ਸਿੰਘ ਜੀ ਤੋਂ ਕੁਛ ਟਾਈਮ ਪਹਿਲਾਂ ਸ਼ਹੀਦੀ ਜਾਮ ਪੀ ਜਾਂਦੇ ਨੇ। ਬਾਬਾ ਜਰਨੈਲ ਸਿੰਘ ਜੀ ਦੀਆਂ ਪੱਟਾਂ 'ਤੇ ਸੀਸ ਧਰਿਆ ਜਰਨਲ ਸ਼ਬੇਗ ਸਿੰਘ ਜੀ ਦਾ, ਅਤੇ ਕੁਛ ਵਾਰਤਾਲਾਪ ਹੋ ਰਹੀ ਹੈ, ਕੋਈ ਗੱਲਬਾਤ ਹੋ ਰਹੀ ਹੈ। ਪੁੱਛਿਆ ਜਾਂਦਾ ਜਰਨਲ ਸ਼ਬੇਗ ਸਿੰਘ ਜੀ ਤੋਂ, ਕਹਿੰਦੇ ਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ? ਕਹਿੰਦੇ ਜੀ ਇੱਦਾਂ ਮਹਿਸੂਸ ਹੋ ਰਿਹਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਅਸਥਾਨ ਹੋਵੇ, ਇੱਕ ਮਹਾਂਪੁਰਖ ਦੀ ਬੁੱਕਲ 'ਤੇ ਸਿਰ ਧਰਿਆ ਹੋਵੇ, ਅਤੇ ਮੈਂ ਆਪਣੇ ਗੁਰੂ ਦੀ ਖਾਤਰ, ਆਪਣੀ ਕੌਮ ਦੀ ਖਾਤਰ ਜੂਝ ਰਿਹਾ ਹੋਵਾਂ, ਅਤੇ ਬੜੇ ਆਨੰਦ ਦੇ ਨਾਲ ਮੈਂ ਆਖਰੀ ਟਾਈਮ 'ਤੇ ਇੱਥੋਂ ਜਾ ਰਿਹਾ। ਦੇਖੋ ਜੀ, ਉਹ ਮਰ ਜੀਵੜੇ ਨੌਕਰੀ ਛੱਡ ਕੇ ਆਏ ਜਰਨਲ ਸ਼ਬੇਗ ਸਿੰਘ ਜੀ ਫੌਜ ਦੇ ਵਿੱਚੋਂ, ਜਿਨ੍ਹਾਂ ਨੂੰ ਆਰਮੀ ਨੇ ਜਲੀਲ ਕਰਕੇ ਕੱਢਿਆ ਇੱਕ ਸਿੱਖ ਹੋਣ ਦੇ ਨਾਤੇ। ਕਾਰਨ ਕੀ ਸੀ? ਕਿਸੇ ਰਿਸ਼ਤੇਦਾਰ ਨੂੰ ਇੱਕ ਜੀਪ ਨਿਲਾਮੀ ਦੇ ਵਿੱਚੋਂ ਸਿਫਾਰਿਸ਼ ਦੇ ਨਾਲ ਦਵਾ ਦਿੱਤੀ। ਸਿੱਖ ਸੀ, ਸਿੱਖ ਹੋਣ ਕਰਕੇ ਸਿਰਫ ਇੰਨੀ ਕੁ ਵਜ੍ਹਾ ਦੇ ਕਰਕੇ ਜਲੀਲ ਕਰਕੇ ਆਰਮੀ 'ਚੋਂ ਕੱਢਿਆ ਗਿਆ। ਅਤੇ ਐਸੇ ਮੋਰਚੇ ਦਰਬਾਰ ਸਾਹਿਬ ਜਰਨਲ ਸ਼ਬੇਗ ਸਿੰਘ ਜੀ ਨੇ ਲਾਏ, ਜਰਨਲ ਕੁਲਦੀਪ ਸਿੰਘ ਵਰਗੇ, ਅਤੇ ਜਿੰਨੀ ਆਰਮੀ ਥਰ ਥਰ ਕੰਬ ਉੱਠੀ। ਇੱਦਾਂ ਦੇ ਮੋਰਚੇ ਮੁੱਠੀ ਭਰ ਸਿੰਘ ਨੇ, ਕੁਝ ਕੁ ਸਿੰਘ ਨੇ। ਜਿੱਦਾਂ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਸੇ 10 ਲੱਖ ਸੀ ਅਤੇ ਦੂਜੇ ਪਾਸੇ ਕੁਝ ਕੁ ਸਿੰਘ ਸੀ, 40 ਕੁ ਸਿੰਘ ਸੀ ਨਾ, ਉਹੀ ਸੀ ਨਾ। ਇੱਧਰ ਵੀ ਲੱਖਾਂ ਦੀ ਗਿਣਤੀ ਵਿੱਚ ਫੌਜ ਹੈ ਅਤੇ ਕੁਝ ਕੁ ਸਿੰਘ ਜਿਹੜੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ। ਇਹ ਕਹਿ ਲਓ ਕਿ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਇੰਡੀਅਨ ਆਰਮੀ, BSF, CRPF ਵਾਣੀ ਪਾ ਦਿੱਤੀ ਸੀ ਉਹਨਾਂ ਯੋਧਿਆਂ ਨੇ। ਅਤੇ ਜਿਹੜੀਆਂ ਗੈਂਸਾਂ, ਜਿਹੜੀਆਂ ਤੋਪਾਂ ਚਲਾਉਣ ਦੀ ਕਿਸੇ ਦੁਸ਼ਮਣ ਦੀ ਕਿਸੇ ਹੋਰ ਕੰਟਰੀ ਲਈ ਵੀ ਇਜਾਜ਼ਤ ਨਹੀਂ ਹੈ, ਉਹ ਗੈਂਸਾਂ ਵੀ ਛੱਡੀਆਂ ਗਈਆਂ। ਜਦੋਂ ਨੇੜੇ ਨਹੀਂ ਨਾ ਜਾ ਰਹੇ ਸੀ, ਇੱਕ ਗੈਸ, ਜ਼ਹਿਰੀਲੀ ਗੈਸ ਛੱਡੀ ਗਈ ਉਧਰ ਨੂੰ, ਪਰ ਕੁਦਰਤੀ ਗੱਲ ਕੀ ਹੋਈ, ਹਵਾ ਦਾ ਰੁੱਖ ਬਦਲਿਆ, ਜਿਹੜੀ ਗੈਸ ਵਾਪਸ ਆਰਮੀ ਵਾਲੀ ਆਈ, ਜਿਹਦੇ ਨਾਲ ਉਹਨਾਂ ਦੇ ਬੜੇ ਫੌਜੀ ਮਰ ਗਏ ਨੇ। ਹੁਣ ਜਦੋਂ ਸਾਹਮਣੇ ਜੰਗ ਹੋ ਰਹੀ ਹੈ, ਉਸ ਜੰਗ ਦੇ ਵਿੱਚ ਬਾਬਾ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਵਰਗੇ ਦੁਸ਼ਮਣ ਦੇ ਨਾਲ ਹਿੱਕ ਤਾਣ ਕੇ ਆਮੋ ਸਾਹਮਣੇ ਮੁਕਾਬਲਾ ਕਰਦੇ ਹੋਏ ਜਿਹੜਾ ਸ਼ਹੀਦੀ ਜਾਮ ਪੀ ਜਾਂਦੇ ਨੇ, ਸ਼ਹਾਦਤ ਦਾ ਜਾਮ। ਇਹ ਤਕਰੀਬਨ ਸੁਬਾਹ 9 ਵਜੇ ਤੋਂ ਲੈ ਕੇ 10 ਕੁ ਵਜੇ ਦਾ ਜਿਹੜਾ ਟਾਈਮ ਹੈ ਦਿਨ ਦਾ, ਉਸ ਟਾਈਮ 'ਤੇ ਸ਼ਹਾਦਤ ਦਾ ਜਾਮ ਪੀਂਦੇ ਨੇ। ਜਿੱਥੇ ਵੀ ਫਿਰ ਉਸ ਤੋਂ ਬਾਅਦ ਤਕਰੀਬਨ 2-2:30 ਵਜੇ ਤੱਕ ਜਿੱਥੇ ਕੋਈ ਸਿੱਖ ਮਿਲਦਾ ਹੈ, ਜਿੱਥੇ ਕੋਈ ਤੁਰਿਆ ਫਿਰਦਾ ਸਹਿਕਦਾ ਨਜ਼ਰ ਆਉਂਦਾ, ਉਹਨੂੰ ਖਤਮ ਕਰ ਦਿੱਤਾ ਜਾਂਦਾ। ਨੌਜਵਾਨਾਂ ਦੇ ਹੱਥ ਪਿੱਛੇ ਬੰਨ੍ਹ ਕੇ ਗੋਲੀਆਂ ਮਾਰੀਆਂ ਗਈਆਂ। ਕੋਈ ਸਿੱਖ ਬੀਬੀ ਪਾਣੀ ਤੋਂ ਪਿਆਸੇ ਕਈ ਤੜਫਦੇ ਪਏ ਨੇ। ਲਾਸ਼ਾਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਲੱਥ-ਪੱਥ ਖੂਨ ਹੀ ਖੂਨ ਹੈ। ਦੇਖੋ, ਜਿੱਥੇ ਜਾ ਕੇ ਸਾਨੂੰ ਸਕੂਨ ਮਿਲਦਾ ਹੋਵੇ, ਜਿੱਥੇ ਜਾ ਕੇ ਸਾਨੂੰ ਰੂਹ ਦੀ ਖੁਰਾਕ ਮਿਲਦੀ ਹੋਵੇ, ਅੰਦਰ ਦੀ ਸ਼ਾਂਤੀ, ਭਟਕਿਆ ਹੋਇਆ ਸਿੱਖ ਵੀ ਚਲਿਆ ਜਾਵੇ ਨਾ, ਉਹਨੂੰ ਸਹਿਜ ਆ ਜਾਂਦਾ, ਸ਼ਾਂਤੀ ਆ ਜਾਂਦੀ ਹੈ। ਵਾਈਬ੍ਰੇਸ਼ਨ ਗੁਰਬਾਣੀ ਦੀ ਇੱਦਾਂ ਦੀ ਹੈ। ਉੱਥੇ ਖੂਨ ਹੀ ਖੂਨ ਹੋਵੇ, ਇੱਦਾਂ ਦਾ ਮਾਹੌਲ ਪੈਦਾ ਕੀਤਾ ਗਿਆ, ਇੱਕ ਡਰਾਉਣਾ ਮਾਹੌਲ ਬਣਾ ਦਿੱਤਾ ਗਿਆ। 2-2:30 ਵਜੇ ਤੱਕ ਇਹਨਾਂ ਨੇ ਫਿਰ ਲੱਭ ਕੇ ਜਿੰਨਾ ਵੀ ਕੋਈ ਲੁਕਿਆ ਕਮਰਿਆਂ ਦੇ ਵਿੱਚ, ਕੁਝ ਕੁ ਕਹਿੰਦੇ ਜਦੋਂ ਸ਼ਹੀਦੀਆਂ ਤੋਂ ਬਾਅਦ ਕੁਛ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸੀ, ਇਹਨਾਂ ਨੇ ਫਿਰ ਇੱਕ ਆਵਾਜ਼ ਦਿੱਤੀ, ਜੇ ਕੋਈ ਜਾਣਾ ਚਾਹੁੰਦਾ ਹੱਥ ਖੜੇ ਕਰਕੇ ਜਾਓ। ਕੁਛ ਮੁਲਾਜ਼ਮ ਸੀ ਜਿਹੜੇ ਅੰਦਰ ਕੰਮ ਕਰਨ ਵਾਲੇ, ਉਹ ਹੱਥ ਖੜੇ ਕਰਕੇ ਵੀ ਬਾਹਰ ਨਿਕਲੇ। ਅਤੇ ਉਹ ਇੱਕ ਪਵਿੱਤਰ ਅਸਥਾਨ 'ਤੇ ਆਰਮੀ ਦੇ ਫੌਜੀਆਂ ਨੇ ਸਿਗਰਟਾਂ ਬੀੜੀਆਂ ਪੀਤੀਆਂ, ਪਤਾ ਹੀ ਨਹੀਂ ਕੀ ਕੁਕਰਮ ਉਸ ਅਸਥਾਨ 'ਤੇ ਕੀਤੇ ਗਏ। ਇਹਦਾ ਕਾਰਨ ਇਹ ਨਹੀਂ ਸੀ ਕਿ ਬਾਬਾ ਜਰਨੈਲ ਸਿੰਘ ਜੀ ਨੂੰ ਫੜਨ ਕਰਕੇ ਹਮਲਾ ਹੋਇਆ। ਮਾफ़ ਕਰਿਓ ਜੀ, ਸਿੱਖੀ ਸਿਧਾਂਤਾਂ ਨੂੰ ਰੋਲਣ ਦੀ ਗੱਲ ਹੁੰਦੀ ਸੀ, ਰੋਲਣ ਦੀ ਗੱਲ, ਜਲੀਲ ਕਰਨ ਦੀ ਗੱਲ ਸੀ, ਖਤਮ ਕਰਨ ਦੀ ਗੱਲ ਸੀ। ਇਹ ਸਾਰਾ ਵਰਤਾਰਾ ਜਿਹੜਾ ਇਹ ਹੋਇਆ। ਫਿਰ ਅਗਲੇ ਦਿਨ 7 ਤਰੀਕ ਨੂੰ ਇਹਨਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਏ, ਸਿੱਖਾਂ ਦਾ ਅਨਮੋਲ ਖਜ਼ਾਨਾ, ਸਾਡੀ ਵਿਰਾਸਤ, ਸਾਡਾ ਇਤਿਹਾਸ, ਪੁਰਾਣੇ ਇਤਿਹਾਸਕਾਰਾਂ ਵੱਲੋਂ ਲਿਖੀਆਂ ਹੋਈਆਂ ਉਸ ਕੀਮਤੀ, ਇਹ ਕਹਿ ਲਈਏ ਕਿ ਹੀਰਿਆਂ ਮੋਤੀਆਂ ਵਰਗੇ ਜਿਹੜਾ ਸਾਡਾ ਖਜ਼ਾਨਾ ਸੀ, ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ 7 ਜੂਨ ਨੂੰ ਸਾੜਿਆ ਗਿਆ।
ਤੋਸ਼ਾਖਾਨਾ ਸਾੜਿਆ ਗਿਆ, ਜਿਸ ਤੋਸ਼ੇਖਾਨੇ ਦੇ ਵਿੱਚ ਚੰਦਨ ਦਾ ਇੱਕ ਕਿਸੇ ਮੁਸਲਮਾਨ ਵੀਰ ਵੱਲੋਂ ਚੌਰ ਸਾਹਿਬ ਭੇਟ ਕੀਤਾ ਗਿਆ ਸੀ, ਚੰਦਨ ਦੀ ਲੱਕੜ ਦਾ, ਉਹ ਵੀ ਸੜ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇੱਕ ਚਾਨਣੀ ਸੀ ਬੜੀ, ਬਹੁਤ ਵਧੀਆ ਜਲਾਓ ਸੀਗਾ, ਉਹ ਰੱਖਿਆ ਵਿਆ ਸੀ ਇਤਿਹਾਸਕ ਨਿਸ਼ਾਨੀਆਂ ਦੇ ਤੌਰ ਤੇ, ਉਹ ਸਭ ਕੁਝ ਸੜ ਗਿਆ, ਸਵਾਹ ਹੋ ਗਿਆ। ਬੜਾ ਕੁਛ ਇਹਨਾਂ ਨੇ ਅਤਿਆਚਾਰ ਕੀਤਾ। ਤੇ ਫਿਰ ਬਾਬਾ ਜਰਨੈਲ ਸਿੰਘ ਜੀ ਵਰਗੇ ਕੁਛ ਸਿੰਘਾਂ ਦਾ ਸੰਸਕਾਰ ਕਰਨ, ਇਤਿਹਾਸ ਲੰਮਾ ਹੈ, ਬੜਾ ਕੁਛ ਨਿਕਲਦਾ ਇਸ ਇਤਿਹਾਸ ਦੇ ਵਿੱਚੋਂ। ਜੇ ਤਕਰੀਬਨ ਇਸ ਇਤਿਹਾਸ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਰੀਕੀ ਨਾਲ ਵਾਚਣਾ ਹੋਵੇ ਨਾ, ਬੜੇ ਦਿਨਾਂ ਦਾ ਸਮਾਂ ਲੱਗ ਸਕਦਾ ਜੇ ਅਸੀਂ ਇਹਨੂੰ ਵਾਚਣਾ ਹੋਵੇ। ਕੱਲੀ ਕੱਲੀ ਗੱਲ, ਕੱਲੇ ਕੱਲੇ ਸਿੰਘ ਦਾ ਇਤਿਹਾਸ ਜਿਹੜਾ ਉੱਥੇ ਲੜਿਆ, ਕੱਲੇ ਕੱਲੇ ਮੋਰਚੇ ਦਾ ਇਤਿਹਾਸ, ਕੱਲੀ ਕੱਲੀ ਜਗ੍ਹਾ ਦਾ। ਇਹ ਕਿਉਂ ਹੋਇਆ? ਮੈਂ ਸ਼ੁਰੂ ਤੋਂ ਲੈ ਕੇ ਜਿਹੜਾ ਅੱਜ 328 ਸਰੂਪਾਂ ਦਾ ਮਸਲਾ ਚੱਲ ਰਿਹਾ ਨਾ, ਇੱਥੋਂ ਤੱਕ ਇਸੇ ਕਰਕੇ ਆ ਰਿਹਾ। ਇਹ ਅੱਜ ਦੀ ਗੱਲ ਨਹੀਂ ਹੈ, ਦੁਸ਼ਮਣ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਇਆ ਹੋਇਆ। ਉਹ ਤਾਂ ਉਸ ਦਿਨ ਦੇ ਹਮਲੇ ਤੋਂ ਲੈ ਕੇ ਅੱਜ ਤੱਕ ਉਸੇ ਤਰ੍ਹਾਂ ਜਾਰੀ ਹੈ। ਫਿਰ ਇੱਥੇ ਹੀ ਬਸ ਨਹੀਂ ਹੋਇਆ, ਹਮਲਾ ਹੋਇਆ, ਲੰਮਾ ਸਮਾਂ ਫੌਜ, ਸਾਡੀਆਂ ਉਹ ਇਤਿਹਾਸਕ ਨਿਸ਼ਾਨੀਆਂ ਦਰਬਾਰ ਸਾਹਿਬ ਦੇ ਵਿੱਚ ਲੱਗੀਆਂ, 300 ਤੋਂ ਵੱਧ ਗੋਲੀਆਂ ਜਿਹੜੀਆਂ ਕਾਰ ਸੇਵਾ ਦੇ ਨਾਂ 'ਤੇ ਖਤਮ ਕਰ ਦਿੱਤੀਆਂ ਗਈਆਂ। ਅਕਾਲ ਤਖਤ ਸਾਹਿਬ ਸਾਰਾ ਚੇਂਜ ਕਰ ਦਿੱਤਾ ਗਿਆ, ਕੁਛ ਕੁ ਜਗ੍ਹਾ ਛੱਡੀ ਹੈ ਸਿਰਫ 84 ਦੇ ਨਿਸ਼ਾਨ, ਨਹੀਂ ਤਾਂ ਸਾਰੇ ਪਾਸੇ ਸਾਂਭ ਕੇ ਰੱਖਣ ਵਾਲੀਆਂ ਜਲਿਆਂਵਾਲੇ ਬਾਗ ਦੀਆਂ ਨਿਸ਼ਾਨੀਆਂ ਸਾਂਭੀਆਂ, ਇਹ ਵੀ ਸਾਂਭੀਆਂ, ਕਿਉਂਕਿ ਸਾਡੇ ਨੌਜਵਾਨ ਜਾਣ, ਨਵੀਂ ਪੀੜ੍ਹੀ ਜਾਵੇ, ਉਹਨੂੰ ਪਤਾ ਲੱਗ ਸਕੇ ਕਿ ਦੁਸ਼ਮਣ ਨੇ ਕੀ ਕੀਤਾ, ਕਿੱਦਾਂ ਸਾਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਹੁੰਦੀਆਂ ਨੇ, ਕਿੱਦਾਂ ਸਾਨੂੰ ਮੁਕਾਉਣ ਲਈ ਪਲੈਨਿੰਗਾਂ ਹੁੰਦੀਆਂ ਨੇ, ਸਾਜ਼ਿਸ਼ਾਂ ਹੁੰਦੀਆਂ ਨੇ। ਹੁਣ ਦੇਖਿਓ ਜੀ, ਇਹ ਸਭ ਵਰਤਾਰਾ ਵਰਤਿਆ, ਸਭ ਕੁਝ ਹੋਇਆ, ਸਮਾਂ ਲੰਘਿਆ, ਬੜਾ ਲੰਮਾ ਸਮਾਂ ਪੰਜਾਬ ਦੇ ਹਾਲਾਤ ਮਾੜੇ ਰਹੇ। ਐਸਾ ਦੌਰ ਪੰਜਾਬ ਦੀ ਧਰਤੀ 'ਤੇ ਪੈਦਾ ਕੀਤਾ ਗਿਆ, ਸਾਡੇ ਮਹਾਨ ਯੋਧਿਆਂ ਨੂੰ, ਖਾੜਕੂ ਸਿੰਘਾਂ ਨੂੰ ਬਦਨਾਮ ਕਰਨ ਦੀ ਖਾਤਰ ਸਰਕਾਰ ਨੇ ਆਪਦੇ ਬੰਦੇ ਭੇਜ ਕੇ ਮਾੜੇ ਕੰਮ ਕਰਾਉਣੇ ਤੇ ਨਾਂ ਸਿੰਘਾਂ ਦਾ ਲਾਉਣਾ, ਬੱਸਾਂ ਵਿੱਚੋਂ ਕੱਢ ਕੇ ਹਿੰਦੂਆਂ ਨੂੰ, ਬੀਬੀਆਂ ਨੂੰ ਮਾਰਨ ਵਾਲੇ। ਕਈ ਵਾਰੀ ਸਾਨੂੰ ਗੁੰਮਰਾਹ ਕੀਤਾ ਜਾਂਦਾ, ਮਾफ़ ਕਰਿਓ ਜੀ, ਸਿੰਘਾਂ ਦੇ ਕੰਮ ਨਹੀਂ ਸਨ। ਸਿੰਘ ਬੜੇ ਦਲੇਰੀ ਵਾਲੇ ਤੇ ਬੜੇ ਚੰਗੇ ਕੰਮ ਕਰਦੇ ਰਹੇ ਨੇ। ਇਹ ਨਾਲ ਇੱਕ, ਕਿਉਂਕਿ ਸਮੇਂ ਤੇ ਹਕੂਮਤ ਇੱਦਾਂ ਦਾ ਕੰਮ ਕਰ ਦਿੱਤੀ ਹੈ, ਜਿੱਥੇ ਚੰਗੇ ਉੱਥੇ ਮਾੜੇ ਅਨਸਰ ਆਪਣੇ ਪੈਦਾ ਕਰ ਦਿੰਦੇ ਨੇ ਬਦਨਾਮ ਕਰਨ ਦੀ ਖਾਤਰ। ਫਿਰ 1984 ਤੋਂ ਲੈ ਕੇ 94 ਤੱਕ ਇੱਕ ਐਸਾ ਦੌਰ ਚੱਲਿਆ ਜਿਹਦੇ ਵਿੱਚ ਮਾਝੇ ਦੇ, ਮਾਲਵੇ ਦੇ ਕੁਛ ਘੱਟ ਸੀ ਤੇ ਮਾਝੇ ਦੇ ਪਿੰਡਾਂ ਦੇ ਪਿੰਡ ਇਹਨਾਂ ਤਬਾਹ ਕੀਤੇ। ਇੱਥੋਂ ਤੱਕ ਵੀ ਹੋਇਆ ਕਿ ਅੱਜ ਤੱਕ ਵੀ ਕਈ ਗੁਰਦਾਸਪੁਰ ਜ਼ਿਲ੍ਹੇ ਦੇ ਇੱਦਾਂ ਦੇ ਪਿੰਡ ਨੇ ਜਿੱਥੋਂ ਬਰਾਤਾਂ ਨਹੀਂ ਚੜ੍ਹੀਆਂ, ਜਿੰਨੇ ਨੌਜਵਾਨ ਸੀ ਸਾਰੇ ਦੇ ਸਾਰੇ ਖਤਮ ਕਰ ਦਿੱਤੇ। ਨੌਜਵਾਨਾਂ ਨੂੰ ਕਿਸੇ ਦਸਤਾਰ ਬੰਨੀ ਵਾਲਾ ਸਿੰਘ ਦਿਸਦਾ ਨਾ, ਉਹਨੂੰ ਖਤਮ ਕਰ ਦਿੱਤਾ ਜਾਂਦਾ ਹੈ। ਜੇ ਕੋਈ ਪੜ੍ਹਨ ਜਾ ਰਿਹਾ ਹੈ, ਕਾਲਜ ਜਾ ਰਿਹਾ ਹੈ, ਰਸਤੇ ਵਿੱਚ ਜਾ ਕੇ ਜਾਂਦਿਆਂ ਝੂਠਾ ਮੁਕਾਬਲਾ ਬਣਾ ਕੇ, ਫਿਰ ਇਸ ਚੀਜ਼ ਦਾ ਲਾਹਾ ਬੜੇ ਅਫਸਰਾਂ ਨੇ ਲਿਆ। KPS ਗਿੱਲ ਵਰਗਿਆਂ ਨੇ ਆਪਣੇ ਅਹੁਦੇ ਵਧਾਉਣ ਲਈ, ਫੀਤੀਆਂ ਲਵਾਉਣ ਲਈ, ਵੱਡੇ ਵੱਡੇ ਲੀਡਰਾਂ ਨੇ ਫਿਰ ਅੱਜ ਤੱਕ ਇਸ ਮੁੱਦੇ 'ਤੇ ਸਿਆਸਤੀ ਖੇਡੀ ਜਾਂਦੇ ਨੇ ਆਪਣੀਆਂ ਵੋਟਾਂ ਲਈ।